ਗੁਰੂ ਨਾਨਕ ਪਦ ਪੰਕਜ ਬੰਧਨ ਅੰਗਦ ਦੁਖ ਨੇ ਕੰਦਨ ਗੁਰ ਅਮਰਦਾਸ ਨਿਤ ਧਿਆਵੋ ਹਿਰਦੈ ਨਿਤ ਸ੍ਰੀ ਗੁਰੂ ਰਾਮਦਾਸ ਗੁਣ ਗਾ ਗੁਰ ਅਰਜਨ ਬਿਘਨ ਨਾਨਕੇ ਨਾਸ਼ ਬਿਘਨ ਨਾਨਕੇ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰੰਬਾਰ ਜਗਦੀਸਾ ਏਕ ਓੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਵਈਆ ਯੋਂ ਸੁਨ ਕੈ ਹਰ ਖਾਏ ਗੁਰੂ ਮੁਖ ਵਾਕ ਅਲਾਏ ਸੁਨਾਵਤ ਤਾਈ ਜੋ ਤੁਮ ਬੂਝਤ ਹੋ ਹਮ ਸੋ पश्चात कथा होए से जग माई जे पढ़ है सुन है तिन को माने सो शुभ मार्ग पाई हो हर खावत हो तुम बूझत और विचार करो कुछ नाई वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ महाराज सच्चे पातशाह जी के पावन चरना नाल निवाजी धरती गुरुद्वारा श्री दुख निवारण साहिब धन धन सतगुरु श्री गुरु ग्रंथ साहिब महाराज सच्चे पातशाह जी की पावन पवित्र हजूरी अंदर तथा दूर दराडे घरां विच मिल बैठ करके धन धन श्री गुरु नानक देव महाराज सच्चे पातशाह जी की मुबारक जीवन प्रसंग जीवन कथा श्रवण करन वास्ते सतगुरु महाराज जियों के मुबारक चरण कमला संग जुड़ बैठे हो। धन धन श्री गुरु नानक देव महाराज सच्चे पातशाह जियों के मुबारक जीवन प्रसंग
ਜਿੱਥੇ ਕੱਲ ਦੇ ਦੀਵਾਨਾਂ ਦੌਰਾਨ ਸੰਪੰਨਤਾ ਹੋਈ ਸੀ, ਵਿਚਾਰ ਹੋਈ ਸੀ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਹੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਦੀ ਧਰਤੀ ਤੋਂ ਪੂਰਬ ਆਪਣਾ ਇਹਨਾਂ ਦੇਸ਼ਾਂ ਦੀ ਯਾਤਰਾ ਤੋਂ ਉਪਰੰਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਪਸ ਆਏ ਹਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਭਾਈ ਮਰਦਾਨਾ ਸਾਹਿਬ ਜੀ ਨੂੰ ਕਹਿਣ ਲੱਗੇ, ਭਾਈ ਮਰਦਾਨਾ ਜੀ, ਘਰ ਬੇਬੇ ਨਾਨਕੀ ਨੇ ਯਾਦ ਕੀਤਾ ਹੈ, ਆਪਾਂ ਉੱਥੇ ਜਾਣਾ ਹੈ। ਭਾਈ ਮਰਦਾਨਾ ਜੀ ਨੂੰ ਨਾਲ ਲਿਆ, ਵਾਪਸ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਏ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕੁਝ ਇੱਕ ਸਮਾਂ ਠਹਿਰਨ ਤੋਂ ਬਾਅਦ ਤੁਰਨ ਦੀ ਆਗਿਆ ਮੰਗਦੇ ਨੇ ਕਿ ਭੈਣ ਜੀ, ਬੇਬੇ ਜੀ ਆਗਿਆ ਦਿਓ, ਸੀ ਹੁਣ ਚਾਲਾ ਪਾਈਏ। ਬੇਨਤੀ ਜਦੋਂ ਮਹਾਰਾਜ ਜੀਆਂ ਨੇ ਇਸ ਪ੍ਰਕਾਰ ਕੀਤੀ ਤੇ ਬੇਬੇ ਨਾਨਕੀ ਜੀ ਨੇ ਕਿਹਾ ਕਿ ਤੁਸੀਂ ਹੁਣ ਤਾਂ ਅਜੇ ਆਏ ਹੋ, ਘੱਟੋ ਘੱਟ ਤੁਸੀਂ 1 ਮਹੀਨਾ ਸਾਡੇ ਕੋਲ ਇੱਥੇ ਤੁਸੀਂ ਠਹਿਰੋ। ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬੇਬੇ ਨਾਨਕੀ ਨੂੰ ਤੇ ਜਿਹੜੇ ਹੋਰ ਪਿਓ ਸਥਾਏ ਸਨ ਮਿਲਣ ਦੇ ਸੰਬੰਧ ਦੇ ਅੰਦਰ ਬਚਨ ਕਹੇ, ਭੈਣ ਜੀ, ਬੇਬੇ ਜੀ, ਜਿਹੜੇ ਜੀਵ ਹਿਰਦੇ ਤੋਂ ਜੁੜੇ ਹੋਏ ਹਨ ਉਹ ਭਾਵੇਂ ਦੂਰ ਹੋਣ ਉਹ ਤਾਂ ਵੀ ਜੁੜੇ ਹੋਏ ਹਨ। ਜਿਹੜੇ ਅੰਦਰ ਨਹੀਂ ਜੁੜੇ ਹੋਏ ਉਹ ਭਾਵੇਂ ਇਕੱਠੇ ਵੀ ਰਹਿ ਲੈਣ, ਉਹ ਜੁੜੇ ਹੋਏ ਨਹੀਂ ਕਿਹਾ ਜਾਂਦਾ ਉਹਨਾਂ ਨੂੰ। ਰਹੀ ਗੱਲ ਸਰੀਰਾਂ ਦੀ, ਸਰੀਰਾਂ ਦਾ ਤਾਂ ਮੇਲ ਹੁਣ ਹੋਇਆ ਹੈ, ਥੋੜੇ ਸਮੇਂ ਦੇ ਬਾਅਦ ਇਹ ਤਾਂ ਮਾਲਕ ਨੇ ਮਰਜ਼ਾਦਾ ਬੰਨ੍ਹ ਦਿੱਤੀ ਹੈ ਵੀ ਥੋੜੇ ਸਮੇਂ ਬਾਅਦ ਸਾਰਿਆਂ ਨੇ ਵਿਛੜ ਜਾਣਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਓ ਨੇ ਸਾਧ ਸੰਗਤ ਜੀਓ ਇਸ ਪ੍ਰਕਾਰ ਬਚਨ ਕਹੇ ਹਨ। ਭਾਈ ਮਰਦਾਨਾ ਜੀ ਨੂੰ ਪੁੱਛਦੇ ਨੇ, ਮਰਦਾਨਾ ਜੀ ਦੱਸੋ ਕਿਹੜੇ ਪਾਸੇ ਚੱਲਣਾ ਹੈ? ਜਿੱਥੋਂ ਤੁਸੀਂ ਕਿਹਾ ਸੀ ਮੱਕਾ ਮਦੀਨਾ ਜਾਣ ਤੋਂ ਪਹਿਲਾਂ ਉਸ ਥਾਈ ਮਹਾਰਾਜ ਕਹਿੰਦੇ ਚਲੋ ਫਿਰ ਹੁਣ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਪਾਸੇ ਆਪ ਚੱਲੋਗੇ ਅਸੀਂ ਤਾਂ ਆਪ ਜੀਓ ਕੇ ਮਗਰੇ ਮਗਰ ਤੁਰਾਂਗੇ। ਆਪ ਸਤਿਗੁਰੂ ਜੀ ਅੱਗੇ ਲੱਗੋ, ਅਸੀਂ ਤਾਂ ਆਪ ਜੀਓ ਕੇ ਪਿੱਛੇ ਪਿੱਛੇ ਤੁਰੇ ਆਵਾਂਗੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਧ ਸੰਗਤ ਜੀਓ ਇਥੋਂ ਸੁਮੇਰ ਪਰਬਤ ਨੂੰ ਚਾਲਾ ਮਾਰਦੇ ਹਨ। ਰਸਤੇ ਅੰਦਰ ਦੂਰ ਦਰਾਡੇ ਤੱਕ ਮਹਾਰਾਜ ਚਲੇ ਗਏ। ਇੱਕ ਐਸੀ ਧਰਤੀ ਆਈ, ਇੱਕ ਐਸੀ ਉੱਚੀ ਥਾਂ ਤੇ ਪਾਤਸ਼ਾਹ ਜੀ ਚਲੇ ਗਏ ਪਰਬਤਾਂ ਤੇ। ਸਾਰੇ ਪਾਸੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਹੈ। ਜਿੱਥੇ ਬਰਫ਼ ਹੈ ਉੱਥੇ ਕੁਝ ਇੱਕ ਸੋਨਾ ਵੀ ਧਰਤੀ ਉੱਪਰ ਖਿਲਰਿਆ ਹੋਇਆ ਹੈ। ਕੋਈ ਵੀ ਰੁੱਖ ਉੱਥੇ ਨਹੀਂ, ਕੋਈ ਵੀ ਦੂਰ ਦਰਾਡੇ ਤੱਕ ਮਾਨਵ ਜਾਤੀ ਦਿਖਾਈ ਨਹੀਂ ਦਿੰਦੀ। ਰਸਤੇ ਅੰਦਰ ਨਦੀ ਆਈ। ਭਾਈ ਮਰਦਾਨਾ ਸਾਹਿਬ ਜੀਆਂ ਨੇ ਆਗਿਆ ਲੈ ਕੇ ਉਸ ਰਸ ਨੂੰ ਮਾਣਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਦੇ ਨਾਲ ਭਾਈ ਮਰਦਾਨਾ ਜੀ ਨੂੰ ਸੂਝ ਨਸੀਬ ਹੋਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਮਕਸ਼ ਹੱਥ ਜੋੜ ਕੇ ਬੇਨਤੀ ਕਰਦੇ ਨੇ, ਭਾਈ ਮਰਦਾਨਾ ਜੀ ਮਹਾਰਾਜ, ਕਈ ਵਾਰ ਮੈਂ ਰਸਤੇ ਵਿੱਚ ਆਪ ਜੀਆਂ ਦੇ ਨਾਲ ਕਈ ਵਾਰ ਉੱਚੇ ਨੀਵੇਂ ਸ਼ਬਦ ਬੋਲ ਬੈਠਦਾ ਹਾਂ। ਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਆਪ ਕਿਰਪਾ ਕਰੋ, ਮੇਰੇ ਔਗੁਣਾਂ ਨੂੰ ਨਾ ਚਿਤਾਰਨਾ। ਸਤਿਗੁਰੂ ਜੀ ਤੁਸੀਂ ਮੈਨੂੰ ਬਖਸ਼ ਲੈਣਾ। ਇਹ ਬੇਨਤੀ ਭਾਈ ਮਰਦਾਨਾ ਸਾਹਿਬ ਜੀ ਨੇ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਸਾਧ ਸੰਗਤ ਜੀਓ ਇਸ ਪ੍ਰਕਾਰ ਵਾਰਤਾ ਕਰਦਿਆਂ ਹੋਇਆਂ ਸੁਮੇਰ ਪਰਬਤ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਾ ਰਹੇ ਹਨ। ਮਹਾਰਾਜ ਜੀਆਂ ਦੇ ਨਾਲ ਉਹਨਾਂ ਦੇ ਸੰਗੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਹਨ। ਤਥਾ ਜਿਹੜੀ ਮਹਾਰਾਜ ਜੀਆਂ ਦੇ ਨਾਲ ਵਾਰਤਾ ਹੋਈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਰਾਗ ਰਾਮਕਲੀ ਦੇ ਅੰਦਰ ਸਿੱਧ ਗੋਸ਼ਟ ਬਾਣੀ ਹੈ। ਸਿੱਧ ਗੋਸ਼ਟ ਦਾ ਭਾਵ ਇਹੋ ਵੀ ਜਿੱਥੇ ਸਿੱਧਾਂ ਦੇ ਨਾਲ ਗੋਸ਼ਟੀ ਹੋਈ, ਵਿਚਾਰ ਹੋਈ, ਉੱਥੇ ਅਨੇਕਾਂ ਹੀ ਪ੍ਰਸ਼ਨ ਹਨ।
ਜੋ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਪ੍ਰਸ਼ਨ ਕੀਤੇ, ਸੰਸਾਰ ਦੇ ਸੰਬੰਧ ਵਿੱਚ ਕੀਤੇ, ਸਰੀਰ ਦੇ ਸੰਬੰਧ ਵਿੱਚ ਕੀਤੇ, ਸਤਿਗੁਰੂ ਜੀਆਂ ਨੇ ਉਹਨਾਂ ਦਾ ਉੱਤਰ ਦਿੱਤਾ ਤੇ ਉਹ ਪਾਵਨ ਪਵਿੱਤਰ ਬਾਣੀ 937 ਅੰਗ ਤੋਂ ਪਾਵਨ ਪਵਿੱਤਰ ਉਹ ਬਚਨ ਪ੍ਰਾਰੰਭ ਹੁੰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਬਾਣੀ ਅੰਦਰ। ਇਸ ਪ੍ਰਕਾਰ ਮਹਾਰਾਜ ਜੀਓ ਦੇ ਨਾਲ ਚਲਦਿਆਂ ਹੋਇਆਂ ਵਿਚਾਰ ਪਏ ਕਰ ਰਹੇ ਹਨ। ਆਓ ਕਰੋ ਮਨ ਬਿਰਤੀਆਂ ਨੂੰ ਸਾਧ ਸੰਗਤ ਜੀਓ ਇਕਾਗਰ, ਬਖਸ਼ੋ ਅਸੀਸ, ਪਾਵਨ ਵਿਚਾਰ ਪ੍ਰਾਰੰਭ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਯੋ ਸੁਨ ਕੈ ਹਰ ਖਾਏ ਗੁਰੂ, ਮੁਖ ਵਾਕ ਆਲਾਏ ਸੁਨਾਵਤ ਤਾਹੀ। ਇਸ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਸਾਹਿਬ ਜੀਆਂ ਦੇ ਬੋਲਾਂ ਨੂੰ, ਬਚਨਾਂ ਨੂੰ ਸੁਣ ਕੇ ਸਤਿਗੁਰੂ ਮਹਾਰਾਜ ਜੀ ਮੁਸਕਰਾਉਂਦੇ ਹਨ। ਜੋ ਤੁਮ ਬੂਝਤੋ ਹਮ ਸੋ, ਪਸ਼ਚਾਤ ਕਥਾ ਹੋਈ ਸੀ ਜਗ ਮਾਈ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਬਚਨ ਕਰਦੇ ਹਨ। ਮਰਦਾਨਾ ਜੀ, ਆ ਜਿਹੜੇ ਤੁਸੀਂ ਕਈ ਵਾਰ ਪ੍ਰਸ਼ਨ ਪੁੱਛ ਲੈਂਦੇ ਹੋ ਨਾ, ਕਈ ਵਾਰ ਜਿਹੜੇ ਸੰਸ਼ੇ ਹਨ ਉਹਨਾਂ ਦੀ ਨਿਵਰਤੀ ਵਾਸਤੇ ਤੁਸੀਂ ਪੁੱਛ ਲੈਂਦੇ ਹੋ, ਇਹਨਾਂ ਦੀ ਪਸ਼ਚਾਤ ਦੇ ਅੰਦਰ ਬਾਅਦ ਵਿੱਚ ਹਰਜਸ ਕਥਾ ਹੋਵੇਗੀ। ਜੇ ਪੜ ਹੈ ਸੁਨ ਹੈ ਤਿਨ ਕੋ, ਮਾਨੇ ਸੇ ਸ਼ੁਭ ਮਾਰਗ ਪਾਈ। ਭਾਈ ਜੋ ਵੀ ਫਿਰ ਉਸ ਕਥਾ ਨੂੰ ਸੁਣੇਗਾ, ਆਪਣੇ ਜੀਵਨ ਦੇ ਅੰਦਰ ਕਥਾ ਨੂੰ ਸੁਣ ਕਰਕੇ ਜੀਵਨ ਵਿੱਚ ਮੰਨੇਗਾ। ਹੋ ਹਰ ਖਾਵਤ ਹੋ ਤੁਮ ਬੂਝਤ, ਔਰ ਵਿਚਾਰ ਕਰੋ ਕੁਛ ਨਾਈ। ਔਰ ਉਹਨਾਂ ਬੋਲਾਂ ਨੂੰ ਮਨ ਕਰਕੇ ਸ਼ੁਭ ਮਾਰਗ ਪਾਸੇ ਤੁਰੇਗਾ। ਮੈਂ ਪ੍ਰਸੰਨ ਹਾਂ ਤੁਸੀਂ ਇਸ ਪ੍ਰਕਾਰ ਬਚਨ ਪੁੱਛਦੇ ਹੋ। ਸਵਈਆ ਸੋ ਸਿੱਖ ਜਾਨ ਪਲੇ ਹੈ ਪ੍ਰਬੀਨ, ਸੰਦੇਹ ਹਿਰਦੇ ਗੁਰ ਬੂਝਤ ਜੋ। ਜੀਵਨ ਵਿੱਚ ਉਹ ਸਿੱਖ ਪ੍ਰਬੀਨ ਹਨ, ਉਹ ਸਿੱਖ ਸੁਘੜ ਸਿਆਣੇ ਹਨ। ਕਿਹੜੇ ਜੀ? ਜਿਹੜੇ ਜੀਵਨ ਦੇ ਸੰਸ਼ੇ ਸੰਦੇਹ ਆਪਣੇ ਗੁਰੂ ਕੋਲੋਂ ਪੁੱਛਦੇ ਹਨ। ਕੋਈ ਵੀ ਸੰਦੇਹ ਸ਼ੰਕਾ ਹੋਵੇ, ਜਿਹੜੇ ਆਪਣੇ ਗੁਰੂ ਮਾਲਕ ਪਾਸੋਂ ਉਹਨਾਂ ਸੰਸ਼ਿਆਂ ਦੀ ਨਿਵਰਤੀ ਪੁੱਛਦੇ ਹਨ। ਸ਼ੰਕ ਤਜੇ ਮਨ ਹੋਏ ਨਿਸ਼ੰਕ, ਬਿਨੈ ਕਰ ਕੈ ਨਿਰਸੰਸਤ ਹੋ। ਜਿਹੜੇ ਹਿਰਦੇ ਦੇ ਵਿੱਚੋਂ ਕੋਈ ਸ਼ੰਕਾ ਪੈਦਾ ਹੋਵੇ, ਸ਼ੰਕਿਆਂ ਦੀ ਨਿਵਰਤੀ ਆਪਣੇ ਮਾਲਕ ਦੇ ਪਾਸੋਂ ਗੁਰੂ ਕੋਲੋਂ ਪੁੱਛਣ, ਉਹਨਾਂ ਸ਼ੰਕਿਆਂ ਨੂੰ ਛੱਡ ਕਰਕੇ ਜਿਹੜਾ ਹਿਰਦਾ ਹੈ ਉਹ ਨਿਰਸੰਸਤ ਭਾਵ ਸ਼ੰਕਿਆ ਰਹਿਤ ਹਿਰਦਾ ਹੋ ਜਾਏ। ਸੋ ਗੁਰ ਹੈ ਗਤ ਦਾਇਕ ਜਾਨੋ, ਦਾਸ ਸੰਦੇਹ ਸਬੇ ਦੀਏ ਖੋ। ਤਥਾ ਉਹ ਗੁਰੂ ਹੀ ਗਤਦਾਇਕ ਦੇਣ ਵਾਲਾ ਹੈ, ਉਹ ਗੁਰੂ ਹੀ ਗਤੀ ਦੇਣ ਵਾਲਾ ਹੈ, ਉਹ ਗੁਰੂ ਹੀ ਮੁਕਤੀ ਪਦ ਦਾਤਾ ਹੈ। ਕਿਹੜਾ ਜੀ? ਜਿਹੜਾ ਇਹਨਾਂ ਭਾਈ ਸੰਦੇਹ ਨੂੰ, ਸ਼ੰਕਿਆ ਨੂੰ ਖਤਮ ਕਰ ਦੇਵੇ। ਯੋ ਕਰ ਹੋਏ ਸੁਖੀ ਪੁੰਨ, ਨਾ ਤੁਰ ਬੰਚਕ ਹੈ ਨਿਜ ਸਵਾਰਥੀ ਸੋ। ਮਹਾਰਾਜ ਕਹਿੰਦੇ ਭਾਈ ਜੇ ਤਾਂ ਉਹ ਸ਼ੰਕੇ ਦੂਰ ਕਰੇ ਫਿਰ ਤਾਂ ਠੀਕ ਹੈ, ਤੇ ਜੇ ਕਿਤੇ ਉਹ ਉਹਨਾਂ ਸ਼ੰਕਿਆਂ ਦੀ ਨਿਵਰਤੀ ਨਾ ਕਰੇ, ਨਹੀਂ ਤਾਂ ਭਾਈ ਫਿਰ ਉਹ ਦੋਵੇਂ ਠੱਗ ਹਨ, ਉਹ ਗੁਰੂ ਵੀ ਤਥਾ ਉਹ ਚੇਲਾ ਵੀ। ਜਿਵੇਂ ਸਤਿਕਾਰਯੋਗ ਬਾਬਾ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਬੋਲ ਹਨ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੌ ਭੇਦ ਮੈਂ ਚੇਲੇ ਦੀਏ ਬਹਾਏ। ਕਹਿੰਦੇ ਆਪ ਵੀ ਉਹ ਗੁਰੂ ਡੁੱਬ ਗਿਆ ਤੇ ਨਾਲ ਜਿਹੜੇ ਸੰਗੀ ਸਾਥੀ ਸਨ ਉਹਨਾਂ ਨੂੰ ਵੀ ਭਾਈ ਉਸਨੇ ਡੋਬ ਲਿਆ। ਭਾਈ ਜੇ ਤਾਂ ਉਹ ਸ਼ੰਕੇ ਨਿਵਰਤ ਆਦ ਕਰੇ, ਸੰਦੇਹ ਹਿਰਦੇ ਦੇ ਅੰਦਰ ਮਾਲਕ ਪ੍ਰਤੀ ਪ੍ਰੇਮ ਪੈਦਾ ਕਰੇ, ਸ਼ੰਕਿਆਂ ਦੀ ਨਿਵਰਤੀ ਕਰੇ, ਫਿਰ ਤਾਂ ਹੈ ਉਹ ਗਤਦਾਇਕ ਮੁਕਤੀਦਾਇਕ, ਨਹੀਂ ਤਾਂ ਭਾਈ ਉਹ ਬੰਚਕ ਪਕਈਏ, ਉਹ ਠੱਗ ਹੈ। ਸਵਈਆ
सेवक को गुर को सन बंद पलोए है तुम सो जो उचारा। ਸੇਵਕ ਦਾ ਤਥਾ ਗੁਰੂ ਦਾ ਜਿਹੜਾ ਇਹ ਸੰਬੰਧ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਕਹਿ ਰਹੇ ਹਨ, ਸੇਵਕ ਦਾ ਤਥਾ ਉਹਦੇ ਗੁਰੂ ਦਾ। ਸੇਵਕ ਦੇ ਹਿਰਦੇ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਆਦ ਨਾ ਰਹਿ ਜਾਏ। ਜਿਹੜਾ ਇਹ ਸੰਬੰਧ ਹੈ ਇਹ ਭਲਾ ਹੈ। ਬੂਝਰੀ ਦੇ ਸੰਦੇਹ ਸਭੇ ਗੁਰ ਤਾਹੇ ਬਤਾਏ ਕਹਿ ਦੇਤ ਬੀਦਾਰਾ। ਜਿਹੜਾ ਵੀ ਹਿਰਦੇ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਸੰਦੇਹ ਹੋਵੇ, ਗੁਰ ਤਾਹੇ ਬਤਾਏ, ਗੁਰੂ ਉਹਨੂੰ ਦੱਸ ਕੇ ਦੇਤ ਬਦਾਰਾ ਦੂਰ ਕਰ ਦੇਵੇ। ਸੇਵਕ ਬੂਝ ਬਤਾਏ ਗੁਰ ਨੇ ਸੋਰ ਤਿਆਗ ਨਾ ਲਾਓ ਆਵਾਰਾ। ਤਥਾ ਜੇ ਸੇਵਕ ਗੁਰੂ ਨੂੰ ਪੁੱਛੇ, ਗੁਰੂ ਦੱਸੇ ਨਾ। ਭਾਈ ਮਰਦਾਨਾ ਜੀ ਨੇ ਵੀ ਪੁੱਛ ਲਿਆ, ਮਹਾਰਾਜ ਸੇਵਕ ਪੁੱਛ ਲਵੇ ਤੇ ਗੁਰੂ ਉਹ ਰਾਹ ਮਾਰਗ ਸਹੀ ਮਾਰਗ ਜੇ ਨਾ ਦੱਸੇ ਤੇ ਮਹਾਰਾਜ ਕਹਿੰਦੇ ਭਾਈ ਫਿਰ ਉਸ ਗੁਰੂ ਨੂੰ ਛੱਡਦਿਆਂ ਦੇਰੀ ਨਾ ਲਾਏ। ਫਿਰ ਅਜਿਹੇ ਗੁਰੂ ਤੋਂ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਿਵੰਦੇ ਵਿਛੜੇ ਉਹ ਮੋਇਆ ਨਾ ਜਾਹੀ ਵਿਛੋੜ। ਭਾਈ ਅਜਿਹਾ ਤੋਂ ਨਾਲ ਦੀ ਨਾਲ ਛੇਤੀ ਹੀ ਉਹਨਾਂ ਨਾਲੋਂ ਤੋੜ ਵਿਛੋੜਾ ਕਰ ਲਵੇ। ਤਾਂ ਟਿਕ ਤੇ ਗਤ ਪ੍ਰਾਪਤ ਹੋਤ ਨਾ ਆਪ ਤਰੇ ਨੇ ਕਿਉ ਸਿੱਖ ਤਾਰਾ। ਕਹਿੰਦੇ ਅਜਿਹੇ ਤੋਂ ਫਿਰ ਕੋਈ ਵੀ ਸੁਖ ਪ੍ਰਾਪਤ ਨਹੀਂ ਹੋਣਾ। ਅਜਿਹੇ ਲੋਕਾਂ ਤੋਂ ਨਾ ਆਪ ਉਹ ਤਰੇ ਤੇ ਨਾ ਦੂਸਰਾ ਜਿਹੜਾ ਉਹਦਾ ਸਿੱਖ ਹੈ ਨਾ ਉਹ ਤਰੇ। ਸਵਈਆ ਭੂਖ ਪੀਪਾਸ ਗਈ ਤਨ ਤੇ ਪੁਨਤਾ ਦਿਨ ਤੇ ਨੈ ਸੋ ਕਬ ਹੋਈ। ਸਤਿਗੁਰੂ ਮਹਾਰਾਜ ਜੀਓ ਕੇ ਸੰਗ ਭਾਈ ਮਰਦਾਨਾ ਸਾਹਿਬ ਜੀ ਹੁਣ ਵਿਚਰਦੇ ਨੇ। ਜਿਵੇਂ ਪਹਿਲਾਂ ਭੁੱਖ ਤੇ ਪਿਆਸ ਛੁਦਾ ਵਿਆਕੁਲ ਕਰਦੀ ਹੈ, ਹੁਣ ਮਹਾਰਾਜ ਜੀ ਨੇ ਰਹਿਮਤ ਕੀਤੀ, ਭਾਈ ਮਰਦਾਨਾ ਜੀ ਨੂੰ ਵੀ ਸਬਰ ਸੰਤੋਖੀ ਜੀਵਨ ਜਾਚ ਬਖਸ਼ੀ। ਬੈਨ ਸੋਨੇ ਗੁਰ ਕੇ ਹਰ ਕਾ ਪਦ ਬੰਦਤ ਹੈ ਕਰ ਬੰਦ ਕੈ ਦੋਈ। ਮਹਾਰਾਜ ਜੀਓ ਕੇ ਪਾਵਨ ਪਵਿੱਤਰ ਬਚਨਾਂ ਨੂੰ ਭਾਈ ਮਰਦਾਨਾ ਜੀ ਸੁਣ ਕਰਕੇ ਅਤਿਅੰਤ ਪ੍ਰਸੰਨ ਹੁੰਦੇ ਹਨ। ਹੱਥ ਜੋੜ ਕੇ ਬੇਨਤੀ ਕੀਤੀ, ਬੂਝਨ ਤੇ ਨਿਰਸੰਸ ਪਇਓ ਮਨ ਸ਼ੰਕ ਗਵਾਏ ਰਹੀ ਨਹਿ ਕੋਈ। ਮਹਾਰਾਜ ਆਪ ਜੀਆਂ ਪਾਸੋਂ ਸ਼ੰਕੇ ਜਿਹੜੇ ਸਨ ਉਹਨਾਂ ਦੀ ਨਿਵਰਤੀ ਹੋਈ। ਹੁਣ ਕੋਈ ਵੀ ਸ਼ੰਕਾ ਬਾਕੀ ਨਹੀਂ ਰਿਹਾ। ਸ਼੍ਰੀ ਗੁਰ ਨਾਨਕ ਸੰਗ ਫਿਰਿਓ ਸਫਲੀ ਨਿਜ ਦੇਹ ਕੋ ਮਾਨਤ ਸੋਈ। ਮਹਾਰਾਜ ਮੈਂ ਆਪ ਜੀਓ ਕੇ ਨਾਲ ਸੰਗ ਰਿਹਾ ਹਾਂ। ਕਿਸੇ ਨੇ ਆਪ ਜੀਓ ਕੀ ਸੰਗਤ ਘੜੀ ਕੀਤੀ, ਉਹ ਵੀ ਭਵਸਾਗਰ ਤੋਂ ਪਾਰ ਹੋਇਆ। ਮਹਾਰਾਜ ਮੈਂ ਆਪ ਜੀਓ ਕੇ ਸੰਗ ਰਿਹਾ ਹਾਂ, ਮੇਰੀ ਕਾਇਆ ਵੀ ਮੇਰੀ ਦੇਹੀ ਵੀ ਸਫਲੀ ਹੋਈ ਹੈ। ਇਹ ਭਾਈ ਮਰਦਾਨਾ ਜੀ ਹਿਰਦੇ ਅੰਦਰ ਸੋਚਦੇ ਹਨ। ਸਵਈਆ ਭੂਖ ਪੀਪਾਸ ਲਗੇ ਨਾ ਤੁਮੈ ਕਹਿ ਕਾਰਨ ਬੂਝਤ ਹੈ ਮਰਦਾਨਾ। ਪਾਤਸ਼ਾਹ ਮੇਰੀ ਇੱਕ ਬੇਨਤੀ ਹੈ ਆਪ ਜੀਆਂ ਨੂੰ, ਆਪ ਜੀਆਂ ਨੂੰ ਭੁੱਖ ਤੇ ਤ੍ਰੇ ਵਿਆਕੁਲ ਕਿਉਂ ਨਹੀਂ ਕਰਦੀ। ਸਾਲ ਦੋ ਸਾਲ ਬੇਹਾਵਤ ਹੈ ਬਿਨ ਭੋਜਨ ਤੇ ਨੈ ਪਾਨ ਕੋ ਪਾਨਾ। ਪਾਤਸ਼ਾਹ ਜੀ ਆਪ ਲੰਮਾ ਲੰਮਾ ਸਮਾਂ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਬਿਨਾ ਭੋਜਨ ਤੋਂ ਕਿਸ ਪ੍ਰਕਾਰ ਬਤੀਤ ਕਰਦੇ ਹੋ। ਕੌਣ ਆਹਾਰ ਆਧਾਰ ਰਹੇ ਨਿਰਤਾਰ ਕਉ ਮੁਝ ਕੋ ਗੁਣ ਖਾਨਾ। ਪਾਤਸ਼ਾਹ ਜੀ ਆਪ ਕਿਹੜਾ ਆਹਾਰ ਕਰਦੇ ਹੋ ਜਿਹਦੇ ਨਾਲ ਪਾਤਸ਼ਾਹ ਆਪ ਜੀਆਂ ਨੂੰ ਭੁੱਖ ਤਥਾ ਤ੍ਰੇ ਵਿਆਕੁਲ ਨਹੀਂ ਕਰਦੀ, ਮੈਨੂੰ ਇਹ ਕਿਰਪਾ ਕਰਕੇ ਦੱਸੋ। ਹੈ ਜੋ ਸੰਦੇਹ ਹਿਰਦੇ ਹਮਰੇ ਇਹ ਦੇਹ ਮਿਟਾਏ ਕਰੋ ਪ੍ਰਸਥਾਨਾ। ਪਾਤਸ਼ਾਹ ਆਪ ਰਹਿਮਤ ਕਰੋ, ਇਹ ਦੱਸ ਕੇ ਫਿਰ ਆਪਾਂ ਇਥੋਂ ਪ੍ਰਸਥਾਨ ਭਾਵ ਤੁਰਨਾ ਕਰੀਏ। ਸਵਈਆ ਸ਼੍ਰੀ ਗੁਰ ਬੈਨ ਪਨੇ ਸੁਨ ਕੈ ਗੁਰ ਸਿੱਖ ਪਾਲੇ ਮਨ ਪਾਉ ਜੋ ਤਾਰੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਦੇ ਬੋਲ ਸੁਣ ਕੇ ਕਹਿਣ ਲੱਗੇ, ਭਾਈ ਮਰਦਾਨਾ ਜੀ
ਜਿਹੜੇ ਭਾਵਨਾ ਵਾਲੇ ਸਿੱਖ ਜੋ ਹਿਰਦੇ ਦੇ ਅੰਦਰ ਭਾਉ ਪ੍ਰੇਮ ਪ੍ਰਤੀਤ ਜਿਨ੍ਹਾਂ ਦੇ ਹਿਰਦੇ ਅੰਦਰ ਹੈ ਭਗਤੀ ਤਿਨ ਕੇ ਮਾਨੇ ਅੰਤਰ, ਜੇ ਗੁਰ ਕੋ ਨਿਸਚਾ ਨਾ ਨਿਵਾਰੈ। ਉਹਨਾਂ ਦੇ ਹਿਰਦੇ ਦੇ ਅੰਦਰ ਮਾਲਕ ਦੀ ਭਗਤੀ, ਸਤਿਗੁਰੂ ਜੀ ਕੇ ਚਰਨਾ ਕਮਲਾਂ ਦੀ ਟੇਕ ਜਿਨ੍ਹਾਂ ਦੇ ਹਿਰਦੇ ਅੰਦਰ ਨਿਸ਼ਚਾ ਹੈ। ਭੋਜਨ ਕੋ ਕਰ ਹੈ ਇਤ ਸੋ, ਗੁਰ ਸਿੱਖਨ ਕੋ ਗੁਰ ਸਿੱਖ ਖੁਆਰੈ। ਮਹਾਰਾਜ ਹੁਣ ਉੱਤਰ ਪਏ ਦੇ ਰਹੇ ਹਨ, ਕਹਿੰਦੇ ਉਹ ਗੁਰੂ ਕੇ ਸਿੱਖ ਭਾਵਨਾ ਦੇ ਨਾਲ ਭੋਜਨ ਪ੍ਰਸ਼ਾਦ ਤਿਆਰ ਕਰਕੇ ਜਿਹੜੇ ਗੁਰੂ ਕੇ ਸਿੱਖ ਹੋਰਨਾਂ ਗੁਰੂ ਕੇ ਸਿੱਖਾਂ ਨੂੰ ਭੋਜਨ ਪ੍ਰਸ਼ਾਦ ਛਕਾਉਣਾ ਕਰਦੇ ਹਨ। ਹੁਣ ਮਹਾਰਾਜ ਜੀ ਉਹਦਾ ਉੱਤਰ ਪਏ ਦੇ ਰਹੇ ਹਨ, ਕਹਿੰਦੇ ਜਿਹੜੇ ਭਾਵਨਾ ਨਾਲ ਹੋਰ ਗੁਰੂ ਕੇ ਸਿੱਖਾਂ ਨੂੰ ਭੋਜਨ ਪ੍ਰਸ਼ਾਦ ਛਕਾਉਂਦੇ ਹਨ, ਸੋ ਮੋਏ ਪ੍ਰਾਪਤ ਹੋਵਤ ਹੈ ਤਬ, ਜਾਏ ਚੋਦਾ ਰਹੋ ਤਾਹੇ ਆਧਾਰੈ। ਮਹਾਰਾਜ ਸਤਿਗੁਰੂ ਜੀ ਉੱਤਰ ਦਿੰਦੇ ਹਨ, ਕਹਿੰਦੇ ਫਿਰ ਉਹਨਾਂ ਨੂੰ ਉਹਨਾਂ ਭੋਜਨ ਪ੍ਰਸ਼ਾਦ ਗੁਰੂ ਕੇ ਸਿੱਖਾਂ ਨੂੰ ਛਕਾਇਆ ਪ੍ਰੇਮ ਨਾਲ, ਗੁਰੂ ਰੂਪ ਜਾਣਦਿਆਂ ਹੋਇਆਂ ਉਹਨਾਂ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਕਹਿੰਦੇ ਭਾਈ ਉਹ ਹੀ ਭੋਜਨ ਉਹਨਾਂ ਦਾ ਛਕਿਆ ਹੋਇਆ ਮੇਰੇ ਤਾਈਂ ਪਹੁੰਚਦਾ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਬਚਨ ਪਾਵਨ ਬਾਣੀ ਵਿੱਚ ਕਹਿੰਦੇ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ। ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਕਹਿੰਦੇ ਜਿਸ ਪ੍ਰਕਾਰ ਦੇ ਨਾਲ ਕੋਈ ਇੱਕ ਬੱਚੇ ਦੇ ਮੁਖ ਦੇ ਅੰਦਰ ਭੋਜਨ ਪ੍ਰਸ਼ਾਦ ਪਾਇਆ ਤੇ ਮਾਤਾ ਵੀ ਤ੍ਰਿਪਤ ਹੋ ਗਈ, ਇਸੇ ਤਰ੍ਹਾਂ ਕਿਸੇ ਨੇ ਗੁਰੂ ਕੇ ਸਿੱਖਾਂ ਨੂੰ ਭੋਜਨ ਪ੍ਰਸ਼ਾਦ ਛਕਾਇਆ ਤਥਾ ਉਹ ਮਹਾਰਾਜ ਸੱਚੇ ਪਾਤਸ਼ਾਹ ਉੱਤਰ ਦਿੰਦੇ ਹਨ, ਕਹਿੰਦੇ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਇਹ ਉੱਤਰ ਦਿੱਤਾ, ਦੋਹਰਾ ਸਾਚ ਬਚਨ ਮਮ ਜਾਣਏ, ਮਰਦਾਨੇ ਮਨ ਮਾਨ। ਹੇ ਭਾਈ ਮਰਦਾਨਾ ਜੀ, ਇਹ ਮੇਰੇ ਬਚਨ ਤੁਸੀਂ ਸੱਚ ਮੰਨੋ। ਅਸ ਕੈ ਗਮਨੇ ਮੇਰ ਕੋ, ਸਿੱਧਨ ਖੋਵਨ ਮਾਨ। ਔਰ ਇਸ ਪ੍ਰਕਾਰ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਸੰਗੀਆਂ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਮੇਰ ਪਰਬਤ ਤੇ ਸਿੱਧਾਂ ਦੇ ਮਨ ਦਾ ਹੰਕਾਰ ਦੂਰ ਕਰਨ ਵਾਸਤੇ ਤੁਰੇ ਹਨ। ਦੋਹਰਾ ਸ਼੍ਰੀ ਗੁਰ ਚਰਨ ਸਰੋਜ ਕੋ, ਪ੍ਰੇਮ ਅਮੀ ਪਹਿਚਾਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਇਥੋਂ ਸਾਧ ਸੰਗਤ ਜੀਓ ਅਧਿਆਇ ਨਵਾਂ ਪ੍ਰਾਰੰਭ ਹੋਇਆ। ਮੰਗਲ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਜਿਹੜੇ ਮੁਬਾਰਕ ਚਰਨ ਕਮਲ ਹਨ, ਉਹਨਾਂ ਮੁਬਾਰਕ ਚਰਨ ਕਮਲਾਂ ਨੂੰ ਅੰਮ੍ਰਿਤ ਵਤ ਅਮਰ ਅਜਰ ਸੁਖ ਪਾਏ, ਜੇ ਕਰਹੀ ਤੈ ਪਾਨ। ਕਹਿੰਦੇ ਭਾਈ ਜੋ ਵੀ ਉਸ ਅੰਮ੍ਰਿਤ ਨੂੰ ਨਾਮ ਰੂਪੀ ਅੰਮ੍ਰਿਤ ਨੂੰ ਉਸ ਅੰਮ੍ਰਿਤ ਨੂੰ ਛਕਦੇ ਹਨ, ਉਹ ਅਮਰ ਅਜਰ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ। ਕਬਿਤ ਦਿਗ ਬਿਜਹਿਤ ਸਾਜ ਬੇਦੀ ਕੁਲ ਕੇਤ ਦਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਜਗਤ ਨੂੰ ਜਿੱਤਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਗ ਵਿਜੈ ਜਗਤ ਨੂੰ ਜਿੱਤਣ ਵਾਸਤੇ ਚੱਲਦੇ ਹਨ। ਚੱਲੇ ਦੰਬ ਦਲ ਬੇਕੋ ਦਲਨ ਬਿਧਾਰੀਆ। ਪਾਖੰਡ ਆਦ ਨੂੰ ਦੂਰ ਕਰਨ ਵਾਸਤੇ ਦਲਣ ਵਾਸਤੇ ਪਾਤਸ਼ਾਹ ਤੁਰੇ ਹਨ। ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ। ਹੁਣ ਮਹਾਰਾਜ ਜੀਓ ਕੇ ਉਸ ਭਗਤੀ ਰੂਪੀ ਰਥ ਦੇ ਉੱਪਰ ਜੋ ਮਹਾਰਾਜ ਜੀਓ ਨੇ ਧਵਜ ਲਹਿਰਾਇਆ ਹੈ, ਕੀਰਤ ਨਿਸ਼ਾਨੋ ਕਹਿਰਾਨੋ ਕੰਨ ਪਾਰੀਆ। ਔਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੀ ਪ੍ਰਭੂ ਦੀ ਕੀਰਤੀ ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਰਦੇ ਹਨ। ਔਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਇਹ ਪਾਵਨ ਪਵਿੱਤਰ ਬੋਲ ਮਾਨੋ ਜਿਵੇਂ ਬਦਲਾਂ ਦੀ ਕਨਕੌਰ ਹੋਵੇ। ਗੁਰੂ ਨਾਨਕ ਦੇਵ ਮਹਾਰਾਜ ਜੀਓ ਕਿਸ ਪ੍ਰਕਾਰ ਬੋਲ
ਗਿਆਨ ਕੋ ਖੜਗ ਤਾਰ ਜੁਗਤ ਕਮਾਨ ਕਰ। सतगुरु महाराज जियों के हाथ दे अंदर जिहड़ी खड़ग है वो ज्ञान दी खड़ग है, और पातशाह जियों के हाथ दे अंदर जिहड़ी कमान है पातशाह जी दे कोल वो जुगती दी कमान है। नाना दृष्टांत लीन सीली मुख धारिया। और नाना प्रकार दे जिहड़े पातशाह जियां दे कोल दृष्टांत हन। हुण पातशाह जी जदों तुरे ने ना, गुरु नानक देव महाराज सच्चे पातशाह जियों के हुण जिहड़ी फौज है भाई जी भाई संतोख सिंह वो बयान पे करदे हन। महाराज जी हुण तुरे हन, धन गुरु नानक देव महाराज पातशाह जियां दे कोल खड़ग है। कोई पुछे किहड़ी तलवार पातशाह गुरु नानक देव महाराज जियां दे हत्थ दे विच, भाई उन्हां कोल ज्ञान दी तलवार खड़ग है पातशाह कोल। हत्थ दे अंदर महाराज जियां दे कोल तीर भी ने, कमान भी है। पातशाह दे कोल किहड़ी कमान है? जुगती दी कमान है। उन्हां कोल ਵੱਖ ਵੱਖ ਦ੍ਰਿਸ਼ਟਾਂਤਾਂ ਦੀ ਦਲੀਲਾਂ ਦੀ ਮਹਾਰਾਜੀਆਂ ਦੇ ਕੋਲ ਜਿਹੜੇ ਪੱਥੇ ਅੰਦਰ ਤੀਰ ਪਏ ਹੋਏ ਹਨ। ਜਹਾਂ ਡੇਢ ਕੋਟ ਤਾਹਾਂ ਕਰਾਮਾਤ ਤੋਪ ਸੰਗ। ਜਿੱਥੇ ਭਾਈ ਫਿਰ ਕੋਈ ਵੀ ਵੱਡਾ ਕੋਈ ਕਿਲਾ ਜੇ ਕੋਈ ਆ ਗਿਆ ਪਾਤਸ਼ਾਹ ਜੀਆਂ ਦੇ ਕੋਲ ਕਰਾਮਾਤ ਰੂਪੀ ਤੋਪ ਵੀ ਹੈ। ਢਾਏ ਕੇ ਮੈਦਾਨ ਕੀਨ ਮਿਲੇ ਅਰੇ ਹਾਰੀਆ। ਔਰ ਪਾਤਸ਼ਾਹ ਫਿਰ ਉਹਨਾਂ ਕਿਲਿਆਂ ਨੂੰ ਢਾ ਕੇ ਮੈਦਾਨ ਵੱਤ ਕਰ ਦਿੰਦੇ ਹਨ। ਕਬਿਤ ਨਾਮ ਕੋ ਭਜਨ ਨੀਕੋ ਪੈਰ ਸਨਾਹੇ ਤਨ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਹੁਣ ਸਨਾਹ ਵੀ ਪਹਿਨੀ ਹੋਈ ਹੈ। ਸਨਾਹ ਕਹੀਏ ਜਿਵੇਂ ਸੰਜੋਗ ਪਹਿਨਦੇ ਨੇ, ਪਾਤਸ਼ਾਹ ਜੀਆਂ ਨੇ ਸਨਾਹ ਪਹਿਨੀ ਹੋਈ ਹੈ, ਸੰਜੋਗ ਪਹਿਨੀ ਹੋਈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ। ਉਹ ਕਿਹੜੀ ਸੰਜੋਗ ਹੈ? ਨਾਮ ਦੀ ਸੰਜੋਗ ਪਾਤਸ਼ਾਹ ਨੇ ਪਹਿਨੀ ਹੈ। ਕੋਟਕ ਤਰਕ ਤਰਵਾਰ ਨ ਕਟਤ ਹੈ। ਜਿਸ ਨਾਮ ਦੀ ਸੰਜੋਗ ਨੂੰ ਕਰੋੜਾਂ ਹੀ ਤਲਵਾਰਾਂ ਕੱਟ ਨਹੀਂ ਸਕਦੀਆਂ, ਜਿਸ ਨਾਮ ਦੀ ਸੰਜੋਗ ਦੇ ਉੱਪਰ ਕੋਈ ਵੀ ਵਾਰ ਨਹੀਂ ਹੋ ਸਕਦਾ। ਜੀਤ ਬੇ ਕੋ ਮੋਹ ਮਾਰ ਮਾਰ ਹੀ ਰਟਤ ਹੈ। ਔਰ ਮੋਹ ਨੂੰ ਜਿੱਤਣ ਦੇ ਵਾਸਤੇ ਜਿਹੜੇ ਮਾਨੋ ਉੱਚੀ ਉੱਚੀ ਬੋਲ ਰਹੇ ਹਨ। ਸਤਿਕਾਰਯੋਗ ਭੱਟ ਸੱਲ ਜੀਆਂ ਨੇ ਤੀਸਰੇ ਪਾਤਸ਼ਾਹ ਜੀਆਂ ਦੇ ਬਾਬਤ ਜਦੋਂ ਬਚਨ ਕਹੇ, ਪਹਿਰ ਸਮਾਧ ਸਨਾਹ ਗਿਆਨ, ਪਹਿਰ ਸਮਾਧ ਸਨਾਹ ਗਿਆਨ ਹੈ ਆਸਨ ਚੜਿਓ, ਧਰਮ ਧਨਖ ਕਰ ਗਇਓ, ਭਗਤ ਸੀਲੇ ਸਰ ਲੜਿਓ। ਗੁਰੂ ਅਮਰਦਾਸ ਮਹਾਰਾਜ ਜਿੱਥੇ ਉਹ ਬੇਨਤੀ ਕਰਦੇ ਹਨ, ਹੇ ਧੰਨ ਗੁਰੂ ਅਮਰਦਾਸ ਮਹਾਰਾਜ ਤੈ ਦਲ ਜਿੱਤੋ ਇਵ ਜੁੱਧ ਕਰ। ਹੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਆਪ ਜੀਆਂ ਨੇ ਇਸ ਪ੍ਰਕਾਰ ਜਿਹੜੇ ਆਪਣੇ ਜੀਵਨ ਦੇ ਅੰਦਰ ਪਹਿਰ ਸਮਾਧ ਸਨਾਹ ਗਿਆਨ ਹੈ ਆਸਨ ਚੜਿਓ। ਪਾਤਸ਼ਾਹ ਆਪ ਜੀਆਂ ਨੇ ਸਮਾਧੀ ਦੀ ਸਨਾਹ ਆਪ ਜੀਆਂ ਦੇ ਕੋਲ ਹੈ, ਗਿਆਨ ਰੂਪੀ ਘੋੜੇ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸਵਾਰ ਹੋਏ ਹੋ। ਇਹ ਭੱਟ ਸੱਲ ਜੀਆਂ ਨੇ ਗੁਰੂ ਅਮਰਦਾਸ ਮਹਾਰਾਜ ਜੀਓ ਕੀ ਉਸਤਤ ਦੇ ਅੰਦਰ ਜੋ ਪਾਵਨ ਪਵਿੱਤਰ ਸਵਈਆ ਉਚਾਰਨ ਕੀਤਾ। ਬਾਬਾ ਕਬੀਰ ਸਾਹਿਬ ਜੀ ਵੀ ਇੱਕ ਬਚਨ ਨੂੰ ਉਚਾਰਦੇ ਹਨ, ਕਿਉਂ ਲੀਜੈ ਗੜਬੰਕਾ ਭਾਈ, ਦੋਵਰ ਕੋਟਰ ਤੇਵਰ ਖਾਈ, 5-25 ਮੋਹ ਮਦ ਮਤਸਰ ਆਡੀ, ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੈ, ਕਹਾ ਕਰੋ ਰਘੁਰਾਇਆ, ਕਾਮ ਕੁਵਾਰੀ ਦੁਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਦਾਨ ਮਹਾ ਬੜ ਦੁੰਦਰ, ਤੈ ਮਨ ਮਵਾਸੀ ਰਾਜਾ। ਸਾਰਾ ਉਹਨਾਂ ਨੇ ਨਾ ਇਹ ਗਿਆਨ ਦੀ ਜਿਹੜੀ ਫੌਜ ਹੈ ਇਹਦਾ ਹੀ ਜ਼ਿਕਰ ਬਾਬਾ ਕਬੀਰ ਸਾਹਿਬ ਜੀਆਂ ਨੇ ਇਸ ਸਰੀਰ ਰੂਪੀ ਕਿਲੇ ਨੂੰ ਮਨਵੇ ਨੂੰ ਜਿੱਤਣ ਦੇ ਵਾਸਤੇ ਜਿਹੜੀ ਫੌਜ ਸੀ ਬਾਬਾ ਕਬੀਰ ਸਾਹਿਬ ਜੀ ਉਹਦਾ ਜ਼ਿਕਰ ਪਏ ਕਰਦੇ ਹਨ। ਅੱਜ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਤੁਰਨ ਲੱਗੇ, ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਮਹਾਰਾਜ ਜੀਆਂ ਦੇ ਨਾਲ ਵੇਖੋ ਸਾਧ ਸੰਗਤ ਜੀ ਕਿਹੜੀ ਫੌਜ ਹੈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ। ਪਾਤਸ਼ਾਹ ਜੀਆਂ ਨੇ ਭਗਤੀ ਦਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸੰਜੋਗ ਪਹਿਨਿਆ ਹੋਇਆ ਹੈ, ਜਿਹਦੇ ਉੱਪਰ ਕੋਈ ਤੀਰਾਂ ਦਾ, ਕ੍ਰੋਧ ਰੂਪੀ ਤੀਰਾਂ ਦਾ ਮਹਾਰਾਜ ਜੀਆਂ ਦੇ ਉੱਪਰ ਕੋਈ ਵੀ ਕਿਸੇ ਦਾ ਵਸ ਨਹੀਂ ਚੱਲਦਾ। ਕਿਤੇ ਥੋੜੇ ਚਲਾਏ ਲੋਕਾਂ ਨੇ ਕ੍ਰੋਧ ਦੇ ਤੀਰ। ਮਹਾਰਾਜ ਕਹਿੰਦੇ ਮੈਨੂੰ ਤਾਂ ਲੋਕਾਈ ਨੇ ਬੜਾ ਕੁਝ ਕਹਿ ਦਿੱਤਾ, ਲੋਕਾਈ ਨੇ ਬਾਵਰਾ, ਲੋਕਾਈ ਨੇ ਕਿਤਨਾ ਕੁਝ ਮਹਾਰਾਜ ਜੀ ਬਚਨ ਕਰਦੇ ਹਨ। ਜੇ ਸਤਿਗੁਰੂ ਜੀਆਂ ਨੇ ਉਹ ਸੰਜੋਗ ਪਹਿਨਿਆ ਹੋਇਆ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਹੀ ਤਾਂ ਨਿਮਰਤਾ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦਾ ਮੁਕਾਬਲਾ ਕਰਦੇ ਹੋਏ ਜਾਂਦੇ ਹਨ ਤੇ ਮਹਾਰਾਜ ਜੀ ਪਾਵਨ ਪਵਿੱਤਰ ਮੁਬਾਰਕ ਸ਼ਬਦ ਗਾਉਂਦੇ ਹਨ। ਉਸ ਪਰੀ
ਸਹਿਤ ਸਭ ਸਿੱਧ ਧਰਤ ਜੈ ਮਾਨ ਕੋ। ਜਿਹੜੀ ਥਾਂ ਤੇ ਜਿਹੜੇ ਸਿੱਧ ਲੋਕ ਸਨ, ਬੜਾ ਮਨ ਦੇ ਅੰਦਰ ਵੱਡਾ ਅਹੰਕਾਰ ਤੇ ਸ਼ਕਤੀ ਸਹਿਤ ਜਿਨ੍ਹਾਂ ਸਿੱਧਾਂ ਦਾ ਉਥੇ ਵਾਸਾ ਸੀ। ਤਿਨ ਕੋ ਜੀਤਨ ਭਲੇ ਬਾਤ ਇਤ ਇਉ ਪਾਈ। ਕਹਿੰਦੇ ਉਹਨਾਂ ਨੂੰ ਜਿੱਤਣ ਦੇ ਵਾਸਤੇ ਇਹ ਗੱਲ ਇਸ ਪ੍ਰਕਾਰ ਬਣੀ ਹੈ। ਹੋ ਉਤ ਗੋਰਖ ਕੀ ਸੁਨੋ ਹਿਰਦੇ ਜਿਉ ਤਿਨ ਠਾਈ। ਇਹ ਭਾਈ ਸੰਗਤ ਜੀ ਹੁਣ ਉਧਰ ਦੀ ਵੀ ਸੁਣ ਲਓ, ਜਿਸ ਫੌਜ ਨੂੰ ਜਿੱਤਣ ਵਾਸਤੇ, ਜਿਨ੍ਹਾਂ ਸਿੱਧਾਂ ਨੂੰ ਜਿੱਤਣ ਵਾਸਤੇ ਪਾਤਸ਼ਾਹ ਜੀ ਤੁਰੇ ਹਨ, ਦੂਸਰੇ ਪਾਸੇ ਗੋਰਖ ਦੀ ਵੀ ਸੁਣ ਲਓ। ਦੋਹਰਾ ਭਰਥਰ ਪੂਰਬ ਜਬ ਮਿਲਿਓ ਸੋਨੇ ਬਚਨ ਤਤ ਸਾਰ। ਪਹਿਲਾਂ ਜਦੋਂ ਮਹਾਰਾਜ ਕਹਿੰਦੇ ਜੀ ਭਰਥਰੀ ਨੂੰ ਜਿਸ ਵਕਤ ਮਿਲੇ ਸਨ, ਗੋਰਖ ਟਿਗ ਗਮਨਿਓ ਤਬੇ ਬੰਦਿਓ ਪਦ ਸਿਰ ਧਾਰ। ਜਾ ਕੇ ਗੋਰਖ ਦੇ ਕੋਲ ਉਹਨੇ ਜਾ ਬੇਨਤੀ ਕੀਤੀ ਚਰਨ ਕਮਲਾਂ ਪਾਸ। ਅੜਿਲ ਸੁਨੋ ਗੁਰੂ ਜੀ ਬੈਨ ਤਰਾ ਪ੍ਰਭ ਅਵਤਰੇ। ਹੇ ਗੁਰੂ ਜੀ ਤੁਸੀਂ ਬੇਨਤੀ ਸੁਣੋ। ਗੁਰੂ ਗੋਰਖ ਜੀ ਕਿਹੜੀ ਬੇਨਤੀ? ਕਿ ਇਸ ਸੰਸਾਰ ਦੇ ਉੱਪਰ ਪ੍ਰਭੂ ਨੇ ਅਵਤਾਰ ਧਰਿਆ ਹੈ। ਮਿਲਿਓ ਦੇਵ ਰਿਖ ਮੋਏ ਤਬੇ ਤਿਨ ਸੁਧ ਕਰੇ। ਮੈਨੂੰ ਨਾਰਦ ਜੀ ਨੇ ਇਹ ਗੱਲ ਦੇ ਬਾਬਤ ਮੈਨੂੰ ਦੱਸਿਆ ਹੈ। ਮੈਂ ਬੈਠਿਓ ਇੱਕ ਥਾਨ ਤਹਾਂ ਸੋ ਆਏ ਕੈ। ਮੈਂ ਇੱਕ ਥਾਂ ਤੇ ਬੈਠਾ ਹਾਂ, ਉਸ ਥਾਂ ਮੈਨੂੰ ਇਹ ਖਬਰ ਪਤਾ ਲੱਗੀ ਕਿ ਹੁਣ ਦੇ ਸਮੇਂ ਅੰਦਰ ਪ੍ਰਭੂ ਨੇ ਅਵਤਰਨ ਧਰਿਆ ਹੈ। ਹੋਂ ਪ੍ਰਸ਼ਨ ਉੱਤਰ ਕੈ ਸਾਰ ਰਿਓ ਹਰ ਖਾਏ ਕੈ। ਮੈਂ ਪ੍ਰਸ਼ਨ ਆਦ ਉਹਨਾਂ ਕੋਲੋਂ ਪੁੱਛੇ ਹਨ। ਮਿਲੋ ਜਾਏ ਕੈ ਥਾਨ ਪੰਥ ਨਿਜਿਆਨੀਏ। ਜਾਓ ਤੁਸੀਂ ਉਹਨਾਂ ਦੇ ਕੋਲ, ਉਹਨਾਂ ਕੋਲ ਤੁਸੀਂ ਜਾਓ ਤੇ ਆਪਣੇ ਪੰਥ ਦੇ ਅੰਦਰ, ਆਪਣੇ ਜੋਗ ਮਤ ਦੇ ਅੰਦਰ, ਇਸ ਪੰਥ ਦੇ ਅੰਦਰ ਤੁਸੀਂ ਉਹਨਾਂ ਨੂੰ ਲੈ ਆਵੋ। ਦੀਜੇ ਤੈ ਉਪਦੇਸ਼ ਜੋਗ ਗੁਣ ਗਾਨੀਏ। ਉਹਨਾਂ ਨੂੰ ਉਪਦੇਸ਼ ਦੇਵੋ ਜਿਹਦੇ ਨਾਲ ਜਗਤ ਦੇ ਅੰਦਰ ਜੋਗ ਮਤ ਦਾ ਪ੍ਰਚਾਰ ਕਰਨਾ। ਪੂਜੇ ਜਗਤ ਵਿਸਾਲ ਆਪ ਕੋ ਬਿਦਤਈ। ਸਾਰਾ ਜਗਤ ਫਿਰ ਆਪ ਜੀਆਂ ਦੇ ਨਿਰਮਲ, ਆਪ ਜੀਆਂ ਦੇ ਇਸ ਪੰਥ ਦਾ ਪ੍ਰਚਾਰ ਤਾਂ ਉਸ ਪ੍ਰਭੂ ਨੇ ਆਪ ਹੀ ਕਰ ਦੇਣਾ ਹੈ। ਇਸ਼ਾਰਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਵੱਲ। ਕਹਿੰਦੇ ਜਾਓ ਗੋਰਖ ਜੀ, ਜਾਓ ਤੁਸੀਂ ਉਹਨਾਂ ਨੂੰ ਆਪਣੇ ਪੰਥ ਦੇ ਵੱਲ ਤੁਸੀਂ ਪ੍ਰੇਰਿਤ ਕਰੋ। ਹੋ ਸੋ ਜਸ ਹੋਏ ਵਿਸਤਾਰ ਬ੍ਰਹਮੰਡੇ ਜੈ ਤਾਹੀ। ਔਰ ਸਾਰੇ ਪਾਸੇ ਪੰਥ ਦਾ ਵਿਸਤਾਰ, ਕੱਲਾ ਇੱਕ ਜਗਤ ਵਿੱਚ ਨਹੀਂ, ਸਾਰੇ ਪਾਸੇ ਪੰਥ ਦਾ ਪ੍ਰਚਾਰ ਪ੍ਰਸਾਰ ਹੋਵੇਗਾ। ਯੋ ਨ ਲਖੋ ਮਨ ਮਾਏ ਪ੍ਰਭੂ ਕਿਉ ਮਗ ਪਰੇ। ਕਹਿੰਦੇ ਇਹ ਮਤ ਆਪਣੇ ਹਿਰਦੇ ਅੰਦਰ ਇਹ ਗੱਲ ਮਤ ਵਿਚਾਰੋ ਕਿ ਪ੍ਰਭੂ ਜੀ ਇਸ ਰਸਤੇ ਕਿਉਂ ਤੁਰੇ ਹਨ। ਰਾਮ ਕ੍ਰਿਸ਼ਨ ਅਵਤਾਰ ਆਨ ਜਗ ਗੁਰ ਕਰੇ। ਸੰਸਾਰ ਉੱਤੇ ਭਾਵੇਂ ਸ਼੍ਰੀ ਰਾਮਚੰਦਰ ਜੀ ਆਏ, ਭਾਵੇਂ ਸ਼੍ਰੀ ਕ੍ਰਿਸ਼ਨ ਜੀ ਆਏ, ਉਹਨਾਂ ਨੇ ਵੀ ਗੁਰੂ ਧਾਰਨ ਕੀਤਾ। ਜਾਏ ਦਿਓ ਉਪਦੇਸ਼ ਜਹਾਂ ਮਿਲ ਜਾਵਈ। ਜਾਓ ਤੁਸੀਂ ਹੇਠਾਂ ਜਾਓ, ਜਾ ਕੇ ਜਿੱਥੇ ਵੀ ਮਿਲੇ ਤੁਸੀਂ ਉਹਨਾਂ ਨੂੰ ਇਹ ਉਪਦੇਸ਼ ਦੇਵੋ। ਹੋ ਲਏ ਜੋਗ ਕੋ ਧਾਰ ਸੋ ਜਸ ਜਗ ਛਾਵਈ। ਉਹ ਆਣ ਜਗਤ ਦੇ ਅੰਦਰ ਆਣ ਕਰਕੇ ਉਹ ਆਪਣੇ ਕੋਲੋਂ ਜੋਗ ਮਤ ਦਾ ਵੇਸ ਆਪਣੇ ਕੋਲੋਂ ਧਾਰਨ ਕਰ ਲੈਣ। ਸਾਧ ਸੰਗਤ ਜੀਓ, ਇਸ ਦਾ ਜ਼ਿਕਰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਆਪਣੀਆਂ ਵਾਰਾਂ ਵਿੱਚ ਕੀਤਾ। ਗੁਰੂ ਪ੍ਰੀਖਿਆ ਤੇ ਜਿੱਥੇ ਸਿੱਧਾਂ ਨੇ ਮਨ ਦੇ ਅੰਦਰ ਜਦੋਂ ਮਹਾਰਾਜ ਜੀ ਸੁਮੇਰ ਪਰਬਤ ਤੇ ਗਏ ਤੇ ਉੱਥੇ ਸਾਰੇ ਸਿੱਧਾਂ ਨੇ ਮਨ ਦੇ ਅੰਦਰ ਇਹ ਵਿਚਾਰ ਕੀਤੀ ਕਿ ਇਹ ਜੋ ਆਇਆ ਹੈ ਆਪਣੇ ਕੋਲ, ਇਹ ਬੜਾ ਹੀ ਕੋਈ ਕਲਾਧਾਰੀ ਹੈ, ਇਹ ਬਹੁਤ ਹੀ ਸ਼ਕਤਵਾਨ ਤੇ ਬੜੀ ਹੀ ਇਹ ਬਾਲਕ ਤੀਕਸ਼ਣ ਬੁੱਧੀ ਮਤ ਵਾਲਾ ਹੈ। ਉਹਨਾਂ ਨੇ ਵਿਚਾਰ ਕੀਤੀ, ਸਿੱਧੀ ਮਨ ਵਿਚਾਰਿਆ, ਸਿੱਧੀ ਮਨ ਵਿਚਾਰਿਆ, ਸਿੱਧੀ ਮਨ ਵਿਚਾਰਿਆ,
ਸਿੱਧੀ ਮਨੈ ਵਿਚਾਰਿਆ। ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਕਿਵੇਂ ਦਰਸ਼ਨ ਏ ਲੇਵੇ ਬਾਲਾ, ਕਿਵੇਂ ਦਰਸ਼ਨ ਏ ਲੇਵੇ ਬਾਲਾ। ਐਸਾ ਜੋਗੀ ਕਲੀ ਮਾਹੇ, ਐਸਾ ਜੋਗੀ ਕਲੀ ਮਾਹੇ, ਐਸਾ ਜੋਗੀ ਕਲੀ ਮਾਏ, ਐਸਾ ਜੋਗੀ ਕਲੀ ਮਾਏ। ਹਮਰੇ ਪੰਥ ਕਰੈ ਉਜਿਆਲਾ, ਹਮਰੇ ਪੰਥ ਕਰੈ ਉਜਿਆਲਾ, ਹਮਰੇ ਪੰਥ ਕਰੇ ਉਜਿਆਲਾ, ਹਮਰੇ ਪੰਥ ਕਰੇ ਉਜਿਆਲਾ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਸਿੱਧਾਂ ਨੇ ਮਨ ਵਿੱਚ ਵਿਚਾਰ ਕੀਤੀ ਵੀ ਏਦਾਂ ਦਾ ਜੇ ਕੋਈ ਆਪਣੇ ਕੋਲ ਆ ਜਾਏ ਨਾ, ਇਹ ਆਪਣੇ ਜਗਤ ਦੇ ਅੰਦਰ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਵੀ ਐਸਾ ਬਾਲਕ ਐਸਾ ਜੋਗੀ ਜਦੋਂ ਆ ਗਿਆ, ਕੋਈ ਸਿੱਧੇ ਨੇ ਜਗਤ ਦੇ ਅੰਦਰ ਜੋਗਮਤ ਦਾ ਕੱਲੇ ਨੇ ਪ੍ਰਚਾਰ ਕਰ ਦੇਣਾ ਹੈ। ਆਪਾਂ ਹੁਣ ਕਈ ਵਾਰੀ ਕਹਿੰਦੇ ਆ ਨਾ, ਫਲਾਣੇ ਫਲਾਣੇ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਿਰਮਲ ਪੰਥ ਦੇ ਉੱਪਰ ਇਧਰੋਂ ਅਟੈਕ ਹੁੰਦਾ ਹੈ ਜੀ, ਉਧਰੋਂ ਹੁੰਦਾ ਹੈ ਜੀ, ਉਹ ਆਪਣੇ ਪੰਥ ਵਿੱਚ ਮਿਲਾਨ ਨੂੰ ਫਿਰਦੇ ਹਨ, ਉਹ ਆਪਣੇ ਪੰਥ ਵਿੱਚ ਮਿਲਾਨ ਨੂੰ ਫਿਰਦੇ ਹਨ। ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਉਹਦੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਵੀ ਮਿਲਾਨ ਵਿੱਚ ਫਿਰੇ, ਵੀ ਸਤਿਗੁਰੂ ਜੀ ਨੂੰ ਮਿਲਾ ਲੈਨੇ ਹਾਂ, ਕੱਲਾ ਅੱਜ ਨਹੀਂ। ਇਹ ਤਾਂ ਉਸ ਵਕਤ ਦੀ ਵੀ ਵਾਰਤਾ ਭਾਈ ਗੁਰਦਾਸ ਸਾਹਿਬ ਜੀਆਂ ਨੇ ਅੰਕਿਤ ਕਰ ਦਿੱਤੀ। ਪਰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਖੈਰ ਜਿਸ ਵਕਤ ਇਹ ਸਾਰੀ ਵਿਚਾਰ ਹੋਈ, ਗੋਰਖ ਨੂੰ ਲੱਗੇ ਕਹਿਣ, ਕਹਿੰਦੇ ਤੁਸੀਂ ਜਾਓ ਉਹਨਾਂ ਨਾਲ, ਤੁਸੀਂ ਵਿਚਾਰ ਕਰਕੇ ਉਹਨਾਂ ਨੂੰ ਜੋਗ ਮਤ ਵਾਲੇ ਪਾਸੇ ਲਿਆਵੋ। ਦੋਹਰਾ ਸੁਨ ਗੋਰਖ ਮਨ ਮੈਂ ਲਖੀ, ਸ਼ਕਤਵਾਨ ਹੈ ਕੋਈ। ਇਸ ਪ੍ਰਕਾਰ ਗੋਰਖ ਨੇ ਹਿਰਦੇ ਅੰਦਰ ਸਾਰੀ ਜਦੋਂ ਇਹ ਵਾਰਤਾ ਸੁਣੀ, ਮਨ ਅੰਦਰ ਸਮਝ ਗਏ ਕਿ ਇਹ ਕੋਈ ਬੜਾ ਹੀ ਸ਼ਕਤਵਾਨ ਹੈ। ਸ਼੍ਰੀ ਵਿਸ਼ਨੂੰ ਅਵਤਾਰ ਜੋ ਅਬ ਕਲ ਮੈਂ ਕਿਉਂ ਹੋਏ। ਜੋ ਸ਼੍ਰੀ ਵਿਸ਼ਨੂੰ ਅਵਤਾਰ ਹੁਣ ਜਗਤ ਦੇ ਅੰਦਰ ਕਿਵੇਂ ਪ੍ਰਗਟ ਹੋਏ। ਸੋਰਠਾ ਤਦਪ ਜੀਤ ਕਰ ਤਾਏ, ਮੈਂ ਆਨੋ ਨਿਜ ਪੰਥ ਮੈਂ। ਤਾਂ ਵੀ ਕਹਿੰਦੇ ਮੈਂ ਉਹਨਾਂ ਨੂੰ ਜਿੱਤ ਕਰਕੇ ਆਪਣੇ ਨਿਜ ਪੰਥ ਵਿੱਚ ਮੈਂ ਉਹਨਾਂ ਨੂੰ ਲੈ ਆਵਾਂਗਾ। ਪਹਿਲਾਂ ਇਹ ਜਿਹੜੀਆਂ ਭਗਤੀਆਂ ਸਨ ਇਸੇ ਕੰਮ ਤੇ ਸਨ। ਹਜ਼ਾਰਾਂ ਵਰਸ਼ ਤਪ ਕੀਤਾ, ਮੰਗ ਮੰਗੀ ਵੀ ਉਹਨੂੰ ਫਨਾ ਕਰ ਦਿਓ। ਹਜ਼ਾਰਾਂ ਵਰਸ਼ ਤਪ ਕੀਤਾ, ਮੰਗ ਮੰਗੀ ਵੀ ਉਹਦਾ ਨਾਸ਼ ਕਰ ਦਿਓ। ਪਹਿਲਾਂ ਇੱਥੇ ਹੀ ਇਹਨਾਂ ਦੇ ਅੰਦਰ ਹੀ ਉਲਝ ਕੇ ਪਚ ਕੇ ਰਹਿ ਗਏ। ਕਹਿੰਦੇ ਗੋਰਖ ਜੀ ਨੇ ਹਿਰਦੇ ਅੰਦਰ ਵਿਚਾਰ ਕੀਤੀ, ਤਾਂ ਵੀ ਮੈਂ ਉਹਨਾਂ ਨੂੰ ਆਪਣੇ ਪੰਥ ਵਿੱਚ ਲੈ ਆਵਾਂਗਾ। ਅਸ ਬਿਦ ਧਰ ਔਰ ਮਾਏ, ਕੀਨ ਪਿਆਨਾ ਮੇਰ ਤੇ। ਇਸ ਵਿਦ ਵਿਚਾਰ ਕਰਦਿਆਂ ਸੁਮੇਰ ਪਰਬਤ ਤੋਂ ਪਿਆਨਾ ਕੀਤਾ। ਉਤ ਗੋਰਖ ਯੋ ਕੀਨ, ਗੁਰੂ ਕਥਾ ਇਤ ਕੀ ਸੁਨੋ। ਇਹ ਭਾਈ ਸੰਗਤ ਜੀ ਹੁਣ ਇਧਰੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਓ ਕੀ ਕਥਾ ਸੁਣੋ। ਗਮਨੇ ਪ੍ਰਭੂ ਪ੍ਰਬੀਨ, ਜਿਨ ਬਾਨੀ ਤੇ ਸ਼ਾਂਤ ਹੋਏ। ਇਸ ਇਧਰੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਆਪਣੀ ਫੌਜ ਨਾਲ ਤੁਰੇ ਜਾ ਰਹੇ ਹਨ। ਪਾਤਸ਼ਾਹ ਜੀਆਂ ਦੇ ਕੋਲ, ਮਹਾਰਾਜ ਜੀਆਂ ਦੇ ਕੋਲ ਦੇਵੀ ਗੁਣਾਂ ਦੀ ਮਹਾਰਾਜ ਜੀਆਂ ਦੇ ਪਾਸ ਫੌਜ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਧਰੋਂ ਤੁਰੇ ਹਨ। ਛਪਿਆ ਪ੍ਰਸਥਾਨੇ ਗੁਣ ਖਾਨ, ਹਨਨ ਸਭ ਸਿੱਧਨ ਮਾਨਾ। ਮਹਾਰਾਜ ਇਧਰੋਂ ਤੁਰੇ ਹਨ ਸਾਰੇ ਸਿੱਧਾਂ ਦਾ ਹੰਕਾਰ ਦੂਰ ਕਰਨ ਲਈ। ਗਏ ਹਿਮਾਚਲ ਊਰਦ, ਦੇਖ ਬੋਲਿਓ ਮਰਦਾਨਾ। ਉੱਚੀ ਹਿਮਾਲਿਆ ਪਰਬਤ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਰੇ। ਭਾਈ ਮਰਦਾਨਾ ਜੀ ਪੁੱਛਦੇ ਹਨ, ਸੇਤ ਹੀ ਸੇਤ ਸਥਾਨ, ਜਹਾਂ ਕੈ ਸਰਬ ਦਿਸਾਵੇਂ। ਮਹਾਰਾਜ ਸਾਰੇ ਪਾਸੇ ਚਿੱਟਾ ਹੀ ਭਾਵ ਇਹ ਬਰਫ਼ ਹੀ ਬਰਫ਼ ਹੈ। ਰਚਨਾ ਏ ਭਗਵੰਤ, ਹਿਰਦੇ ਕਛ ਸਮਝ ਨ ਆਵੇ। ਪਾਤਸ਼ਾਹ ਇਹ ਕਰਤਾਰ ਦੀ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਪਾਤਸ਼ਾਹ ਇਹ ਉਸ ਕਾਦਰ ਦੀ ਜਿਹੜੀ ਰਚਨਾ ਹੈ, ਇਹਦਾ ਅੰਤ ਕੁਝ ਨਹੀਂ ਪੈ ਸਕਦਾ। ਕਹੋ ਸਰਬ ਬਿਰਤੰਤ,
ਇਹ ਨਾਮ ਪਹਾੜ ਬਖਾਨ ਕਰ। ਮਹਾਰਾਜ ਕਿਰਪਾ ਕਰੋ, ਹੁਣ ਤੁਸੀਂ ਮੈਨੂੰ ਇਥੋਂ ਦਾ ਤੁਸੀਂ ਮੈਨੂੰ ਵਰਤਾਂਤ ਦੱਸੋ। ਨਿਜ ਸ਼੍ਰੋਨਨ ਮੈਂ ਸੁਨ ਬੈਨ ਕੋ ਬੋਲੇ ਮੁਖ ਤੇ ਜਗਤ ਗੁਰ। ਇਸ ਪ੍ਰਕਾਰ ਪਾਤਸ਼ਾਹ ਜੀ ਸੁਣ ਕਰਕੇ, ਕੰਨਾਂ ਸਹਿਤ ਸੁਣ ਕਰਕੇ ਮਹਾਰਾਜ ਜੀ ਮੁਖੋਂ ਬੋਲਦੇ ਹਨ। ਦੋਹਰਾ ਨਾਮ ਹਿਮਾਲੈ ਸੈਲ ਕੋ ਬਹੁਰ ਸੇਤ ਜੋ ਦੇਖ। ਮਹਾਰਾਜ ਫਿਰ ਇਸ ਪਾਸੇ ਕਹਿੰਦੇ ਹਨ, ਭਾਈ ਇਹ ਹਿਮਾਲਿਆ ਪਰਬਤ ਦੇ ਉੱਪਰ ਜੋ ਸਾਰੇ ਪਾਸੇ ਬਰਫ਼ ਹੀ ਬਰਫ਼ ਵਿਛੀ ਹੈ। ਪਰੀ ਬਰਫ ਸੋ ਜਮ ਰਹੀ ਸੀਤੇ ਕਰੇ ਬਿਸ਼ੇਖ। ਔਰ ਦੂਰ ਦਰਾਡੇ ਤੱਕ ਇੱਥੇ ਬਰਫ਼ ਤੋਂ ਸਿਵਾ ਹੋਰ ਕੋਈ ਵੀ ਨਹੀਂ, ਤਥਾ ਜਿਹੜੀ ਇਹ ਅਤਿਅੰਤ ਬਰਫ਼ ਜੋ ਮਨੁੱਖੀ ਨੂੰ ਭਾਵ ਸਰੀਰ ਨੂੰ ਜਮਾਉਣ ਵਾਲੀ ਅਤਿਅੰਤ ਠੰਡੀ ਰੁੱਤ ਹੈ। ਸਵਈਆ ਪਾਂਡਵ ਆਨ ਗਰੇ ਇਸ ਮੈਂ ਖਗ ਜਾਵਤ ਜਾਂ ਪਾਰ ਸੋ ਗਰ ਜਾਈ। ਇਹ ਵੀ ਕਥਾ ਆਉਂਦੀ ਹੈ ਕਿ ਜਿਹਦੇ ਇਸ ਬਰਫ਼ ਦੇ ਅੰਦਰ ਜਿੱਥੇ ਆਣ ਕੇ ਪਾਂਡਵ ਗਲ ਗਏ, ਔਰ ਖੱਗ ਕਹੀਏ ਭਾਵ ਇੱਥੇ ਕੋਈ ਪਸ਼ੂ ਆਪਣਾ ਪੰਛੀ ਵੀ ਨਹੀਂ ਆਉਂਦਾ। ਏਕ ਬਚਿਓ ਧਰਮ ਰਾਏ ਕੋ ਤਾਤ ਨਾ ਆਇਓ ਈਤੇ ਸੁਰ ਲੋਕ ਸਿਧਾਈ। ਕੇਵਲ ਉਹਨਾਂ ਦੇ ਵਿੱਚੋਂ ਯੁਧਿਸ਼ਟਰ ਹੀ ਬਚਿਆ ਜਿਹੜਾ ਇਸ ਪਾਸੇ ਹਿਮਾਲਿਆ ਪਰਬਤ ਵਾਲੇ ਪਾਸੇ ਨਹੀਂ ਆਇਆ। ਜਿਹੜਾ ਹਿਮਾਲਿਆ ਪਰਬਤ ਵਾਲੇ ਪਾਸੇ ਨਹੀਂ ਆਇਆ ਉਹ ਹੀ ਬਚਿਆ, ਬਾਕੀ ਸਾਰੇ ਗਲ ਗਏ। ਸ਼੍ਰੀ ਕਰ ਤਾਰ ਦਇਆ ਤੁਝ ਪੈ ਤਨ ਖੇਦ ਨਹੀਂ ਇਹ ਠੌਰ ਦਿਖਾਈ। ਭਾਈ ਮਰਦਾਨਾ ਜੀ ਤੁਹਾਡੇ ਉੱਪਰ ਕਰਤਾਰ ਦੀ ਕਿਰਪਾ ਹੈ, ਤੁਹਾਡੇ ਤਨ ਨੂੰ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਨਹੀਂ ਹੋਇਆ। ਤੁਹਾਡੇ ਉੱਪਰ ਕਰਤਾਰ ਦੀ ਕਿਰਪਾ ਹੈ ਜੋ ਤੁਸੀਂ ਨਾਲ ਤੁਰੇ ਹੋ। ਆਗੇ ਚਲੇ ਸਿਰ ਤਾਰ ਪਹਾੜ ਬਿਲੋਕਤ ਤਾਈ ਕੋ ਬਾਨੀ ਅਲਾਈ। ਇਥੋਂ ਪਾਤਸ਼ਾਹ ਅੱਗੇ ਚੱਲੇ ਸਿਰਦਾਰ ਪਹਾੜ ਵਾਲੇ ਪਾਸੇ, ਉੱਥੇ ਬਚਨ ਕਰਦੇ ਹਨ। ਸਵਈਆ ਗੈਲ ਨਹੀਂ ਇਹ ਸੈਲ ਕੇ ਉੱਪਰ ਸੀਸ ਆਦੋ ਪਦ ਊਰਦ ਹੋ। ਮਰਦਾਨਿਆਂ ਇਸ ਪਹਾੜੀ ਉੱਪਰ ਕੋਈ ਗੈਲ ਨਹੀਂ ਪਈ, ਕੋਈ ਰਸਤਾ ਨਹੀਂ ਬਣਿਆ ਚੜਨ ਵਾਸਤੇ ਇਸ ਪਹਾੜ ਦੇ ਉੱਪਰ। ਇਹ ਸਿੱਧੀ ਇਹਦੀ ਚੜਾਈ ਹੈ, ਇਹਦੇ ਉੱਪਰ ਚੜਨਾ ਬੜਾ ਕਠਿਨ ਹੈ। ਇਹ ਤਾਂ ਇਸ ਪ੍ਰਕਾਰ ਹੋ ਜਾਏਗਾ ਵੀ ਜੇ ਕਿਤੋਂ ਹੱਥ ਪੈਰ ਛੁੱਟ ਵੀ ਗਿਆ, ਸਿਰ ਹੇਠਾਂ ਪੈਰ ਉੱਪਰ ਹੋਣਗੇ। ਕੋ ਨਹਿ ਆਏ ਮਹਾ ਬਿਖਰੋ ਮਗ ਆਵਤ ਸੋ ਹੋਏ ਖੇਚਰ ਜੋ। ਕੋਈ ਵੀ ਇਸ ਪਾਸੇ ਨਹੀਂ ਆਇਆ, ਬੜਾ ਹੀ ਜਿਹੜਾ ਇਹਦਾ ਪੈਂਡਾ ਹੈ ਬਿਖੜਾ ਪੈਂਡਾ, ਜੇ ਕੋਈ ਆਵੇ ਤੇ ਉਹਨੂੰ ਬੜੀ ਖੇਚਲ ਹੋਵੇ। ਸੇਵਕ ਸ਼ਾਮ ਸਦਾ ਸੁਖ ਧਾਮ ਪਨੇ ਆਬੀ ਰਾਮ ਸੋਨੇ ਹਮ ਦੋ। ਕਹਿੰਦੇ ਇਸ ਪਾਸੇ ਜੋ ਰਸਤਾ ਹੈ ਇਹ ਅਤਿਅੰਤ ਦੁਸ਼ਯੰਤਰ ਭਾਵ ਬੜਾ ਹੀ ਬਿਖਮ ਪੈਂਡਾ, ਪਰ ਹੈ ਬੜਾ ਹੀ ਸੁੰਦਰ। ਗੋਰਖ ਆਏ ਗਇਓ ਟਿਗ ਤਾਂ ਛਿਨ ਵਾਕੇ ਉਚਾਰਤ ਹੋ ਤੁਮ ਕੋ। ਇੰਨੇ ਨੂੰ ਕਹਿੰਦੇ ਪਹਾੜੀ ਪਰ ਚੜਨ ਤੋਂ ਪਹਿਲਾਂ, ਉਸ ਪਹਾੜ ਪਰ ਹੋਰ ਅਗਾਂਹ ਜਾਣ ਤੋਂ ਪਹਿਲਾਂ ਇਸ ਪ੍ਰਕਾਰ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਵਿਚਾਰ ਕਰ ਹੀ ਰਹੇ ਸਨ। ਇਧਰੋਂ ਗੋਰਖ ਜੀ ਆਏ ਤੇ ਪਾਤਸ਼ਾਹ ਜੀ ਦੇ ਨਾਲ ਬਚਨ ਕਰਨ ਲੱਗੇ। ਕਬਿਤ ਕੌਣ ਤੁਮ ਨਾਮ ਦੇਸ਼ ਛੋਰ ਆਇਓ ਕੌਣ ਨਾਮ। ਤੁਹਾਡਾ ਕੀ ਨਾਮ ਹੈ, ਕਿਹੜੀ ਥਾਂ ਤੋਂ ਤੁਸੀਂ ਆਏ ਹੋ, ਤੁਹਾਡੇ ਦੇਸ਼ ਦਾ ਨਾਮ ਦੱਸੋ। ਪਤਾ ਗੋਰਖ ਨੂੰ ਵੀ ਸੀ, ਜਿਨ੍ਹਾਂ ਬਾਬਤ ਉਹਨਾਂ ਕੋਲ ਸੁਨੇਹਾ ਗਿਆ ਵੀ ਤੁਹਾਨੂੰ ਜਿੱਤਣ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਰਹੇ ਹਨ। ਉਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਰਸਤੇ ਵਿੱਚ ਰੋਕਣ ਵਾਸਤੇ ਰਸਤੇ ਵਿੱਚ ਹੀ ਗੋਰਖ ਜੀ ਆ ਗਏ। ਮਹਾਰਾਜ ਜੀਆਂ ਨੂੰ ਆਉਂਦਿਆਂ ਪੁੱਛਿਆ, ਕੌਣ ਨਾਮ ਤੁਹਾਡਾ, ਕੀ ਨਾਮ ਹੈ, ਕਿਸ ਦੇਸ਼ ਤੋਂ ਤੁਰੇ ਹੋ। ਕੌਣ ਤੇਰੀ ਜਾਤ ਕੀਓ ਕਿਤ ਕੋ ਪਿਆਨੈ। ਜਾਤ ਕੌਣ ਹੈ ਤੇ ਕਿਹੜੇ ਪਾਸੇ ਨੂੰ ਤੁਰੇ ਹੋ। ਗੈਲ ਨਾ ਬਸੁੰਦਰਾ ਪਰ ਕਾਸ਼ ਮਾਰ ਤੰਡ ਨੇ। ਜਿੱਧਰ ਤੁਰੇ ਹੋ ਉਧਰ ਧਰਤੀ ਨਹੀਂ, ਨਾ ਹੀ ਉੱਥੇ ਸੂਰਜ ਦਾ ਪ੍ਰਕਾਸ਼ ਆ, ਉੱਥੇ ਸੂਰਜ ਦੀ ਪਹੁੰਚ ਨਹੀਂ ਜਿਹੜੇ ਪਾਸੇ ਤੁਸੀਂ ਤੁਰਨ ਲੱਗੇ ਹੋ।
ਜਿੱਥੇ ਤੁਸੀਂ ਜਾਣ ਲੱਗੇ ਹੋ। ਦੇਖੇ ਡਰ ਲਾਗੇ ਆਗੇ ਰਾਖਸ਼ ਪਿਆਨੈ। ਆਗਾ ਤੁਰੋਗੇ ਵੱਡੇ ਵੱਡੇ ਦਾਨਵ ਰਾਖਸ਼, ਉਹਨਾਂ ਕੋਲੋਂ ਵੇਖਦਿਆਂ ਹੀ ਡਰ ਲੱਗਦਾ ਹੈ। ਕੈਸੇ ਜਾਓ ਆਗੇ ਪਿੱਛੇ ਹਟੋ ਅਬ ਭਾਗੇ ਜਾਓ। ਕਹਿੰਦੇ ਪਿਛਾਂ ਹੀ, ਇੱਥੋਂ ਤੁਸੀਂ ਪਿਛਾਂ ਹਟ ਜਾਓ, ਅਗਾ ਨੂੰ ਤੁਸੀਂ ਨਾ ਹੋਵੋ, ਇੱਥੋਂ ਪਿਛਾਂ ਹੀ ਤੁਸੀਂ ਚਲੇ ਜਾਓ, ਅਗਾ ਨਾ ਜਾਇਓ। ਕੋ ਨਾ ਦੁੱਖ ਲਾਗੇ ਮਮ ਬਚਨ ਜੇ ਮਾਨੈ। ਵੱਡਾ ਤੁਹਾਨੂੰ ਦੁੱਖ ਲੱਗੇਗਾ ਜੇਕਰ ਤੁਸੀਂ ਮੇਰੇ ਬਚਨਾਂ ਨੂੰ ਨਾ ਮੰਨਿਆ। ਮੇਰੇ ਬਚਨਾਂ ਨੂੰ ਮੰਨੋ, ਤੁਸੀਂ ਇੱਥੋਂ ਹੀ ਪਿਛਾ ਨੂੰ ਹਟ ਜਾਵੋ। ਪੂਰੋ ਗੋਰ ਕੀਜੇ ਤੇ ਜਾਨ ਨਾਮ ਲੀਜੇ ਤਬ। ਜਾਂ ਫਿਰ ਤੁਸੀਂ ਫਿਰ ਇੱਥੋਂ ਗੁਰੂ ਧਾਰਨ ਕਰੋ ਜੇ ਤੁਸੀਂ ਅਗਾ ਨੂੰ ਜਾਣਾ ਹੈ। ਬਿਨਾ ਆਈ ਚੱਲੇ ਕੈਸੇ ਦੇਨ ਨਿਜ ਪ੍ਰਾਨ। ਤੁਸੀਂ ਤਾਂ ਬਿਨਾ ਆਈ ਮੌਤ ਮਰਨ ਲੱਗੇ ਹੋ, ਕਿਵੇਂ ਤੁਸੀਂ ਆਪਣੇ ਆਪ ਆਪਣੇ ਹੱਥੀਂ ਆਪਣੇ ਪ੍ਰਾਣ ਦੇਣੇ ਚਾਹੁੰਦੇ ਹੋ। ਮਹਾਰਾਜ ਜੀਆਂ ਨੂੰ ਡਰਾਉਣ ਲੱਗੇ ਹਨ ਪਾਤਸ਼ਾਹ ਜਿਹੜੇ ਸੰਸਾਰ ਨੂੰ, ਕਿਉਂਕਿ ਆਰੰਭਤਾ ਹੀ ਭਾਈ ਸੰਤੋਖ ਸਿੰਘ ਜੀਆਂ ਨੇ ਇਹਨਾਂ ਕਵਿਤਾ ਤੋਂ ਕੀਤੀ ਕਿ ਜਿਹੜੇ ਪਾਤਸ਼ਾਹ ਜੀਆਂ ਦੇ ਕੋਲ ਵੱਡੀ ਫੌਜ ਦਿੱਗ ਵਿਜੈ ਮਹਾਰਾਜ, ਜੋ ਸੰਸਾਰ ਨੂੰ ਜਿੱਤਣ ਦੇ ਵਾਸਤੇ ਚੜੇ ਹੋਏ ਹਨ। ਮਹਾਰਾਜ ਜੀਆਂ ਨੂੰ ਲੱਗੇ ਡਰਾਉਣ, ਕਹਿੰਦੇ ਜੀ ਤੁਸੀਂ ਇੱਧਰ ਕਿੱਧਰ ਨੂੰ ਤੁਰੇ ਹੋ, ਕਿਉਂ ਆਪਣੇ ਹੱਥੀ ਤੁਸੀਂ ਆਪ ਭਾਵ ਆਪਣੇ ਨਿਜ ਪ੍ਰਾਣ ਦਿੰਦੇ ਹੋ। ਕਬਿਤ ਰੂਪ ਅਚਰਜ ਆਮ ਜਾਤ ਤੇ ਆਜਾਤ ਪਏ। ਪਾਤਸ਼ਾਹ ਕਹਿੰਦੇ ਸਾਡਾ ਰੂਪ ਅਚਰਜ ਹੈ, ਜਾਤਾਂ ਤੋਂ ਅਸੀਂ ਉੱਪਰ ਹਾਂ। ਦੇਸ਼ ਜਾਨ ਸੋ ਜੈ ਸਸੀ ਪਾਨ, ਜੈ ਸਸੀ ਨਹਿ ਪਾਨ ਕੋ। ਪਾਤਸ਼ਾਹ ਕਹਿੰਦੇ ਸਾਡਾ ਦੇਸ਼ ਉਹ ਹੈ ਜਿੱਥੇ ਨਾ ਸੂਰਜ ਨਾ ਚੰਦਰਮਾ। ਹਟੇ ਅਬ ਬੰਨੇ ਨੇ ਜਾਓ ਜੀ ਮਾਹੇ ਜੈ। ਮਹਾਰਾਜ ਕਹਿੰਦੇ ਅਸੀਂ ਰੋਕਿਆਂ ਵੀ ਹੁਣ ਰੁਕਾਂਗੇ ਨਹੀਂ, ਸੁਮੇਰ ਪਰਬਤ ਤੇ ਜਾਣ ਲੱਗੇ ਹਾਂ, ਅਸੀਂ ਜ਼ਰੂਰ ਜਾਵਾਂਗੇ। ਰਿਦੇ ਜੋ ਹਮਾਰੇ ਪੈ ਭਇਓ ਸਭ ਹਾਨ ਕੋ। ਹੋਰ ਰਹੀ ਗੱਲ ਜਿਹੜੇ ਤੂੰ ਡਰਦਾ ਸਾਨੂੰ ਡਰਾਉਣਾ ਪਿਆ ਚਾਹੁੰਦਾ ਹੈ, ਮਹਾਰਾਜ ਕਹਿੰਦੇ ਇਸ ਡਰ ਨੂੰ ਤਾਂ ਅਸੀਂ ਕਦੋਂ ਦਾ ਦੂਰ ਕਰ ਬੈਠੇ। ਇਸ ਡਰ ਨੂੰ ਤਾਂ ਅਸੀਂ ਹਿਰਦੇ ਤੋਂ, ਭੈ ਤੋਂ ਤਾਂ ਬਹੁਤ ਦੂਰ, ਮਹਾਰਾਜ ਕਹਿੰਦੇ ਇਸ ਡਰ ਨੂੰ ਤਾਂ ਅਸੀਂ ਗਲੋਂ ਲਾਈ ਬੈਠੇ ਹਾਂ। ਦੁੱਖ ਸੁਖ ਜਾਨ ਸਮ ਆਏ ਇਹ ਥਾਨ ਚੱਲ। ਔਰ ਦੁੱਖ ਸੁਖ ਭਾਵ ਝਗਦੇ ਇਸ ਥਾਂ ਤੇ ਆਏ ਹਾਂ। ਗੁਰੂ ਏਕ ਓੰਕਾਰ ਜਾਂ ਕੇ ਨਹੀਂ ਹੈ ਸਮਾਨ ਕੋ। ਔਰ ਰਹੀ ਗੱਲ ਤੂੰ ਕਿਆ ਗੁਰੂ ਧਾਰਨ ਕਰ, ਮੇਰਾ ਗੁਰੂ ਉਹ ਆਪ ਏਕ ਓੰਕਾਰ ਮਾਲਕ, ਉਹ ਪਰਿਪੂਰਨ ਪਰਮਾਤਮਾ ਜਿਹਨੂੰ ਮੈਂ ਗੁਰੂ ਧਾਰਨ ਕੀਤਾ ਹੋਇਆ ਹੈ। ਜਿਹਦੇ ਵੱਤ ਜਾ ਕੋ ਨਹੀਂ ਹੈ ਸੁਮਾਨ ਕੋ, ਜਿਹਦੇ ਵੱਤ ਕੋਈ ਹੋਰ ਦੂਸਰਾ ਨਹੀਂ ਹੈ। ਭੂਲਿਓ ਰਿਦੇ ਗੋਰਖ ਤੂੰ ਸੁਧ ਤੇਰੀ ਗਈ ਸਭ। ਮਹਾਰਾਜ ਕਹਿੰਦੇ ਗੋਰਖ ਤੂੰ ਭੁੱਲਿਆ ਹੋਇਆ ਹੈ, ਤੈਨੂੰ ਸੁਧ ਨਹੀਂ ਹੈ। ਔਦ ਕੋ ਵਧਾਏ ਔਦ ਭਇਓ ਮਨੋ ਮਾਨ ਕੋ। ਔਰ ਕੱਲੀ ਤੂੰ ਆਪਣੀ ਉਮਰ ਨਹੀਂ ਵਧਾਈ, ਭਗਤੀ ਦੇ ਨਾਲ ਲੰਮਾ ਲੰਮਾ ਸਮਾਂ ਤੁਸੀਂ ਯੋਗ ਕਰਕੇ ਕੱਲੀ ਤੁਸੀਂ ਆਪਣੀ ਉਮਰ ਨਹੀਂ ਵਧਾਈ, ਤੁਸੀਂ ਆਪਣਾ ਹੰਕਾਰ ਵੀ ਵਧਾ ਲਿਆ ਹੈ। ਕੱਲੀ ਉਮਰ ਨਹੀਂ ਤੁਹਾਡੀ ਵਧੀ, ਇਹਨਾਂ ਸ਼ਕਤੀਆਂ ਦੇ ਨਾਲ, ਇਹਨਾਂ ਯੋਗ ਸਿੱਧ ਆਸਨ 84 ਇਹ ਵੀ ਕਰ ਰਿਹਾ। ਵੱਡੀ ਆਰਜਾ ਫਿਰ ਜਨਮੈ ਹਰਿ ਸਿਉ ਸੰਗ ਨਾ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੁਸਾਂ ਨੇ ਇਹ ਤਾਂ ਸਾਰਾ ਕੁਝ ਕੀਤਾ ਹੈ, ਪਰ ਨਾਲ ਇਹ ਵੀ ਹੈ ਵੱਡੀਆਂ ਉਮਰਾਂ ਕਰਨ ਦੇ ਨਾਲ ਤੁਸੀਂ ਆਪਣਾ ਹੰਕਾਰ ਵੀ ਬੜਾ ਵਧਾਈ ਬੈਠੇ ਹੋ। ਗੋਰਖ ਜੀ ਪਾਤਸ਼ਾਹ ਬਚਨ ਕਰਦੇ ਹਨ, ਕਬਿਤ ਮਲ ਮੂਤ ਦੇਹ ਤੇਰੀ ਮਾਨ ਲੈ ਬਾਤ ਮੇਰੀ। ਫਿਰ ਗੋਰਖ ਨੇ ਬਾਤ ਆਰੰਭ ਕੀਤੀ, ਕਹਿੰਦੇ ਹੇ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨ ਰਹੇ। ਭਾਵ ਜੋ ਅਤਿਅੰਤ ਦੁਰਗੰਧੀ ਦੇਹੀ ਹੈ, ਤੁਸੀਂ ਮੇਰੀ ਗੱਲ ਮੰਨੋ। ਕਾਇਰ ਜਿਉ ਤਾਮ ਬੋਲ ਬੋਲਤ ਨਿਲਾਜੈ। ਔਰ ਤੁਸੀਂ ਇਸ ਪ੍ਰਕਾਰ ਮੇਰੇ ਸਮਕਸ਼ ਪਏ ਬੋਲਦੇ ਹੋ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਹੋਰ ਡਰਾਉਣ ਦਾ ਯਤਨ ਕੀਤਾ। ਦੇਖੋ ਜਾਏ ਆਗੇ ਕੈਸੇ ਤਾਹਾਂ ਦੁੱਖ ਲਾਗੇ ਤੋਏ। ਮੈਂ ਵੇਖਦਾ ਤੁਸੀਂ ਅੱਗੇ ਕਿਵੇਂ ਜਾਂਦੇ ਹੋ। ਐਸੋ ਹੂੰ ਨਾ ਜਾਣੋ ਪਇਓ ਦੇਖ ਕਰ ਭਾਜੈ। ਏਦਾਂ ਮੈਂ ਤੁਹਾਨੂੰ ਨਹੀਂ ਜਾਣ ਦਵਾਂਗਾ, ਤੁਸੀਂ ਇੱਥੋਂ ਹੀ ਨੱਠ ਜਾਵੋ। ਕੌਣ ਵੇਖ ਤੇਰਾ ਐਸੋ ਆਗੇ ਨੈ ਹੀਰਾ ਕਬ। ਅੱਗੇ ਤੇਰੇ ਵਰਗੇ ਭਾਵ ਇੱਥੇ ਕੋਈ ਵੀ ਇਸ ਥਾਂ ਤੇ ਪਹਿਲਾਂ ਪ੍ਰਥਮ ਨਹੀਂ ਕੋਈ ਵੀ ਆਇਆ। ਹੱਠ ਤਿਆਗ ਦੀਜੇ ਮਨ ਹੋਏ ਸ਼ੁਭ ਕਾਜ ਐ। ਤੁਸੀਂ ਆਪਣੇ ਹਿਰਦੇ ਦਾ ਜਿਹੜਾ ਹੱਠ ਤੁਸੀਂ ਪਕੜੀ ਬੈਠੇ ਹੋ, ਇਸ ਹੱਠ ਨੂੰ ਤੁਸੀਂ ਛੱਡ ਦੇਵੋ। ਤੁਸੀਂ ਮੇਰੀ ਗੱਲ ਮੰਨੋ, ਤੁਸੀਂ ਆਪਣਾ ਇਹ ਹੱਠ ਤਿਆਗ ਦਵੋ।
RAM जद पत आद कीनो जग गुरु आए। ਔਰ ਇਸ ਥਾਂ ਤੇ ਗੋਰਖ ਬੋਲਿਆ ਕਿ RAM ਜਦ ਪਤ ਆਦ ਕੀਨੋ ਜਗ ਗੁਰ ਆਏ। ਕਹਿੰਦੇ ਜਿਹੜੇ ਵੀ ਇੱਥੇ ਆਏ ਹਨ, ਭਾਵੇਂ ਉਹ ਅਵਤਾਰ ਆਏ ਜਿਨ੍ਹਾਂ ਨੇ ਅਵਤਰਨ ਧਰਿਆ, ਉਹਨਾਂ ਨੇ ਵੀ ਤਾਂ ਗੁਰੂ ਧਾਰਨ ਕੀਤਾ, ਤੁਸੀਂ ਕਿਉਂ ਨਹੀਂ ਗੁਰੂ ਧਾਰਨ ਕਰਦੇ? ਆਪਣਾ ਪ੍ਰਭਾਵ ਜਿਹੜਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਉੱਪਰ ਪਾਉਣਾ ਚਾਹੁੰਦੇ ਸਨ। तुम क्यों ना करो परताप वड्डो छाजै। ਤੁਸੀਂ ਆਪਣੇ ਆਪ ਵਿੱਚ ਕਿਉਂ ਨਹੀਂ, ਤੁਸੀਂ ਗੁਰੂ ਕਿਉਂ ਨਹੀਂ ਧਾਰਨ ਕਰਦੇ? ਮੈਂ ਤੁਹਾਨੂੰ ਕਹਿਣਾ ਹਾਂ, ਜੇ ਤੁਸੀਂ ਜਾਣਾ, ਤੁਹਾਡੀ ਇੱਛਾ ਹੈ, ਤੁਸੀਂ ਗੁਰੂ ਧਾਰਨ ਕਰੋ। कबित नाम के प्रताप सो पवित्र देह पई मेरी। ਮਹਾਰਾਜ ਹੁਣ ਉੱਤਰ ਦਿੰਦੇ ਹਨ। ਉਹਨੇ ਕਿਹਾ ਨਾ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਪਿਛਲੇ ਕਬਿਤ ਵਿੱਚ ਮਲ ਮੂਤ ਦੇਹ ਤੇ ਤੇਰੀ। ਮਹਾਰਾਜ ਕਹਿੰਦੇ ਨਾਮ ਦੇ ਪ੍ਰਤਾਪ ਦੇ ਨਾਲ ਮੇਰੀ ਦੇਹੀ ਵੀ ਪਵਿੱਤਰ ਹੋਈ ਹੈ। ਹੁਣ ਇਸ ਦੇਹੀ ਅੰਦਰ ਪ੍ਰਮਾਤਮਾ ਦਾ ਵਾਸਾ ਹੈ। ਮਹਾਰਾਜ ਜੀ ਇਹ ਬਚਨ ਕਰਦੇ ਹਨ, ਕਾਇਰ ਹੈ ਸੋ ਤੁਝ ਜੈਸੇ ਬਿਲ ਲਾਏ। ਮਹਾਰਾਜ ਕਹਿੰਦੇ ਕਾਇਰ ਮੈਂ ਨਹੀਂ, ਕਾਇਰ ਤਾਂ ਤੁਹਾਡੇ ਜੈਸੇ ਹਨ। ਦੇਖਣੇ ਕੀ ਇੱਛਾ ਔਰ ਦੇਖੇ ਆਗੇ ਜਾਏ ਦੂਰ। ਮਹਾਰਾਜ ਕਹਿੰਦੇ ਵੇਖਣ ਦੀ ਇੱਛਾ ਹੈ, ਅਗਾਂ ਜਾ ਕੇ ਤਥਾ ਜਾਵਾਂਗੇ ਵੀ ਜ਼ਰੂਰ। ਬੋਲ ਕੇ ਡਰਾਵੇ ਨੇ ਜਾਂ ਤੇ ਹਟ ਜਾਏ। ਮਹਾਰਾਜ ਕਹਿੰਦੇ ਤੁਸੀਂ ਸਾਨੂੰ ਬੋਲ ਕੇ ਡਰਾਉਣਾ ਚਾਹੁੰਦੇ ਹੋ। ਗੋਰਖ ਨੂੰ ਲੱਗੇ ਕਹਿਣ, ਅਸੀਂ ਇਥੋਂ ਨਹੀਂ ਹਟਾਂਗੇ। ਵੇਖ ਏਕੰਕਾਰੀ ਨਿਤ ਆਦ ਅੰਤ ਹੋਤ ਸਤ। ਮਹਾਰਾਜ ਜੀ ਨੂੰ ਪੁੱਛਿਆ ਵੀ ਤੁਹਾਡਾ ਵੇਸ਼ ਕਿਹੜਾ ਹੈ? ਵੇਖ ਏਕੰਕਾਰੀ ਨਿਤ ਆਦ ਅੰਤ, ਜਿਹੜਾ ਸਦੀਵੀ ਸਤ ਹੈ। ਤਾਹਾਂ ਕੀ ਪਹੁੰਚ ਨੇ ਕੈਸੇ ਸਮਝਾਏ। ਗੋਰਖ ਜੀ ਤੁਹਾਡੀ ਉੱਥੋਂ ਤੱਕ ਪਹੁੰਚ ਨਹੀਂ, ਕਿਸ ਪ੍ਰਕਾਰ ਤੁਹਾਨੂੰ ਸਮਝਾਈਏ? ਹਟ ਕੈਸੇ ਤਿਆਗੇ ਹਟ ਹੀ ਸੇ ਸੂਰਾ ਪੂਰਾ ਹੋਏ। ਮਹਾਰਾਜ ਜੀ ਇੱਥੇ ਬਚਨ ਕਰਦੇ, ਉਹਨਾਂ ਕਿਹਾ ਤੁਸੀਂ ਮਨ ਦਾ ਹੱਠ ਤਿਆਗ ਦਵੋ, ਆਪਣਾ ਇਹ ਹੱਠ ਤਿਆਗੋ। ਪਾਤਸ਼ਾਹ ਕਹਿੰਦੇ ਹੱਠ ਨਾਲ ਹੀ ਤਾਂ ਸੂਰਾ ਬਣੀਦਾ ਹੈ। ਜੇ ਇਹ ਸ਼ੁਭ ਹੱਠ ਕੀਤਾ ਹੈ ਤੁਰਨ ਦਾ, ਇਸੇ ਹੱਠ ਨਾਲ ਤਾਂ ਤੁਰਨਾ ਹੈ। ਗੁਰੂ ਪੂਰਾ ਕੀਨੋ ਨੇ ਜਾਂ ਤੇ ਤੂੰ ਅਲਾਏ। ਮਹਾਰਾਜ ਕਹਿੰਦੇ ਤੂੰ ਕਹਿ ਰਿਹਾ ਗੁਰੂ ਧਾਰਨ ਕਰਨ ਨੂੰ। ਮਹਾਰਾਜ ਕਹਿੰਦੇ ਅਸਲ ਵਿੱਚ ਤੂੰ ਹੀ ਖੁਦ ਪੂਰਾ ਗੁਰੂ ਧਾਰਨ ਨਹੀਂ ਕੀਤਾ, ਇਸ ਕਰਕੇ ਤੂੰ ਕਹਿ ਰਿਹਾ ਹੈ। ਸਵਈਆ ਜੋਗ ਤੇ ਹੋਤ ਸਰੀਰ ਸਦਾ ਥਿਰ। ਨੌ ਨਿਧ ਸਿੱਧ 18 ਪਾਸੋ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਹੁਣ ਬਚਨ ਕਰਨ ਲੱਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੋਰਖ ਨੇ ਇਹ ਬੋਲ ਕਹੇ, ਕਹਿੰਦੇ ਜੋਗ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ 9 ਨਿਧੀਆਂ ਤੇ 18 ਸਿੱਧੀਆਂ ਤੁਹਾਡੇ ਕੋਲ ਆ ਜਾਣਗੀਆਂ। ਪੂਜ ਬਨੇ ਜਗ ਮੈਂ ਪ੍ਰਗਟਾਏ। ਰਜਾਏ ਚਲੇ ਸਾਬੇ ਉਪਰ ਤਾਸੂ। ਔਰ ਜਗਤ ਦੇ ਅੰਦਰ ਤੁਸੀਂ ਪੂਜਣ ਯੋਗ ਹੋ ਜਾਓਗੇ। ਸਾਰੇ ਜਗਤ ਦੇ ਅੰਦਰ ਤੁਹਾਡੀ ਰਜਾ ਨਾਲ ਚੱਲੇਗਾ। ਚਾਹੇ ਰੇ ਦੇ ਮੈਂ ਜੋ ਹੋਏ ਕਹਾਂ ਕੀ। ਸੋ ਕਰ ਲੇਤ ਵਦੇ ਬਲ ਰਾਸੂ। ਜੋ ਵੀ ਤੁਹਾਡੀ ਇੱਛਾ ਹੋਵੇਗੀ ਤੁਸੀਂ ਉਸੇ ਪ੍ਰਕਾਰ ਹੀ ਜਗਤ ਦੇ ਅੰਦਰ ਵਧਾ ਘਟਾ ਸਕਦੇ ਹੋ। ਪੂਰਨ ਹੋਵੇ ਗੁਣ ਰੂਰਨ ਸੋ ਮਨ ਤੂਰਨ ਮਾਨ ਕੇ ਸੀਖ ਪਰਿਆਸੂ। ਔਰ ਜੋ ਵੀ ਹਿਰਦੇ ਦੇ ਅੰਦਰ ਆਪ ਜੀਆਂ ਦੀ ਚਾਹਨਾ ਹੋਵੇਗੀ ਤੁਸੀਂ ਉਸੇ ਅਨੁਸਾਰ ਹੀ ਹੋ ਕੇ ਸੰਸਾਰ ਵਿੱਚ ਕਰ ਸਕਦੇ ਹੋ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੋਰਖ ਨੇ ਇਹ ਬਚਨ ਕਹੇ, ਕਹਿੰਦੇ ਤੁਸੀਂ ਮੇਰੇ ਕੋਲੋਂ ਜੋਗ ਮਤ ਤੁਸੀਂ ਗ੍ਰਹਿਣ ਕਰੋ। ਔਰ ਜਿਸ ਜੋਗ ਮਤ ਦੇ ਨਾਲ ਤੁਸੀਂ ਗ੍ਰਹਿਣ ਕਰਕੇ ਇਹ ਵੱਖ-ਵੱਖ ਤਰ੍ਹਾਂ ਦੀਆਂ ਸ਼ਕਤੀਆਂ ਤੁਹਾਡੇ ਚਰਨਾਂ ਕੋਲ ਆ ਜੁੜਨਗੀਆਂ। ਜੋ ਤੁਹਾਡੀ ਇੱਛਾ ਹੋਵੇਗੀ ਸਾਰਾ ਤੁਹਾਡੀ ਇੱਛਾ ਅਨੁਸਾਰ ਹੀ ਹੋ ਕੇ ਚੱਲੇਗਾ। ਤੇ ਪਾਤਸ਼ਾਹ ਜੀ ਉਹਦਾ ਉੱਤਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਯੋਗ ਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਸ ਪ੍ਰਕਾਰ ਉੱਤਰ ਦਿੰਦੇ ਹਨ। ਸੁਮੇਰ ਪਰਬਤ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗੀਆਂ ਦੇ ਨਾਲ ਜਾ ਰਹੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਨਾ ਭੁੱਲਿਆ ਹੋਇਆ ਭਟਕਿਆ ਹੋਇਆ ਸਿੱਧਾ ਨੂੰ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਸ ਪ੍ਰਕਾਰ ਸਿੱਧੇ ਮਾਰਗ ਵਾਲੇ ਪਾਸੇ ਤੋਰਦੇ ਹਨ। ਸਾਧ ਸੰਗਤ ਜੀਓ, ਕੱਲ ਦਿਆਂ ਦੀਵਾਨਾਂ ਦੌਰਾਨ ਗੁਰੂ ਕਿਰਪਾ ਗੁਰੂ ਰਹਿਮਤ ਸਦਕਾ ਆਪਾਂ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ